ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਚਰਨਾਂ ਵਿੱਚ ਮਹਾਨ ਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਕਰਕੇ ਪਵਿੱਤਰ ਹੋਈ ਧਰਤੀ 'ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਦੂਰ ਨੇੜੇ ਤੋਂ ਚੱਲ ਕੇ ਇਕੱਤਰ ਹੋਈ ਸਾਧ ਸੰਗਤ ਜੀ ਆਪਣੇ ਜੀਵਨ ਦੇ ਸਵਾਸਾਂ ਨੂੰ ਸਫਲ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜੀਵਨ ਯਾਤਰਾ ਕਰਦਿਆਂ ਮਨੁੱਖ ਨੂੰ ਸੁੱਖਾਂ ਦੀ ਭਾਲ ਵਿੱਚ ਮਨੁੱਖ ਅਨੇਕਾਂ ਯਤਨ ਕਰਦਾ ਹੈ। ਯਤਨ ਕਰਦਿਆਂ ਆਪਣੇ ਸੁੱਖਾਂ ਦੇ ਸਾਧਨਾਂ ਨੂੰ ਪ੍ਰਾਪਤ ਕਰਦਿਆਂ ਮਨੁੱਖ ਦਾ ਜੀਵਨ ਬਤੀਤ ਹੋ ਜਾਂਦਾ ਹੈ। ਸੰਸਾਰ ਵਿੱਚ ਮਨੁੱਖ ਨੇ ਕੀ ਕਰਮ ਕਰਨਾ ਹੈ, ਕੀ ਨਹੀਂ ਕਰਨਾ ਹੈ, ਕੁਛ ਸਿੱਖਿਆ ਉਸਦੇ ਮਾਤਾ ਪਿਤਾ ਬੱਚੇ ਨੂੰ ਦੇ ਦਿੰਦੇ ਆ, ਜਨਮ ਤੋਂ ਹੀ ਦੇਣ ਲੱਗ ਜਾਂਦੇ ਆ। ਮਨੁੱਖ ਨੂੰ ਆਪਣੇ ਮਾਤਾ ਪਿਤਾ ਬੱਚਿਆਂ ਨੂੰ, ਜਿਹੜਾ ਕਈ ਧਾਰਮਿਕ ਮਾਤਾ ਪਿਤਾ ਹੁੰਦੇ ਨੇ, ਉਹ ਧਾਰਮਿਕ ਗਿਆਨ ਬੱਚਿਆਂ ਨੂੰ ਦਿੰਦੇ ਆ। ਉਸ ਗਿਆਨ ਨੂੰ ਪ੍ਰਾਪਤ ਕਰਕੇ ਮਨੁੱਖ ਜਿੱਥੇ ਧਾਰਮਿਕ ਗਿਆਨ ਪ੍ਰਾਪਤ ਕਰਦਾ ਹੈ, ਉੱਥੇ ਸਮਾਜਿਕ ਗਿਆਨ ਵੀ ਪ੍ਰਾਪਤ ਕਰਦਾ ਹੈ। ਸਮਾਜਿਕ ਗਿਆਨ ਦੀ ਸਿੱਖਿਆ ਪ੍ਰਾਪਤ ਕਰਕੇ ਮਨੁੱਖ ਆਪਣੇ ਜੀਵਨ ਦੀਆਂ ਲੋੜਾਂ, ਆਪਣੇ ਸਰੀਰ ਦੇ ਸੁੱਖ ਪ੍ਰਾਪਤੀ, ਆਪਣੇ ਜੋ ਮਨੁੱਖ ਦੀਆਂ ਜ਼ਿੰਮੇਵਾਰੀਆਂ ਨੇ ਸੰਸਾਰ ਵਿੱਚ, ਸਮਾਜ ਵਿੱਚ, ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਸਮਰੱਥ ਮਨੁੱਖ ਹੋ ਜਾਂਦਾ ਹੈ। ਬਹੁਤ ਮਨੁੱਖ ਆਪਣੀ ਇੱਛਾ ਜਿਨ੍ਹਾਂ ਦੀ ਪੂਰੀ ਨਹੀਂ ਹੁੰਦੀ, ਇੱਛਾ ਤੋਂ ਬਿਨਾਂ ਹੀ ਜੀਵਨ ਬਤੀਤ ਕਰ ਜਾਂਦੇ ਆ। ਜਿੰਨੇ ਵੀ ਵੇਦ ਸ਼ਾਸਤਰ ਗ੍ਰੰਥ ਧਾਰਮਿਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖ ਧਰਮ ਦੇ ਸਰਮੌਰ ਨਹੀਂ, ਸਾਰਿਆਂ ਧਰਮਾਂ ਦੇ ਗੁਰੂ ਨੇ। ਉਹਨਾਂ ਨੇ ਮਨੁੱਖ ਨੂੰ ਜਿੱਥੇ ਜੀਵਨ ਦੀਆਂ ਲੋੜਾਂ ਪ੍ਰਾਪਤ ਕਰਨ ਵਾਸਤੇ, ਜਿੱਥੇ ਸਮਾਜ ਦੇ ਵਿੱਚ ਮਨੁੱਖ ਨੂੰ ਸੁੱਖਾਂ ਦੀ ਪ੍ਰਾਪਤੀ ਵਾਸਤੇ ਵਸਤੂਆਂ ਦੀ ਜ਼ਰੂਰਤ ਹੈ, ਉਹਨਾਂ ਦੀ ਪ੍ਰਾਪਤੀ ਵਾਸਤੇ ਵੀ ਸਾਧਨ ਦੱਸੇ ਨੇ। ਅਤੇ ਸਾਧਨ ਕਰਦਿਆਂ ਕਰਦਿਆਂ ਸਮਾਜ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਸਮਾਜ ਵਿੱਚੋਂ ਨਿਕਲ ਜਾਣਾ, ਅੱਗੇ ਜਾ ਕੇ ਪਰਲੋਕ ਦੇ ਵਿੱਚ ਵੀ ਮਨੁੱਖ ਨੂੰ ਸੁੱਖ ਪ੍ਰਾਪਤ ਹੋ ਜਾਣ, ਉਹਦੀ ਸਿੱਖਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਹਨ। ਪਰਲੋਕ ਭਾਵੇਂ ਕਿਸੇ ਨੇ ਦੇਖਿਆ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਰੂਰ ਲਿਖਿਆ ਹੋਇਆ ਹੈ। ਬਹੁਤ ਭੁੱਲੜ ਲੋਕ ਇਹ ਗੱਲ ਸਮਝਦੇ ਹਨ ਕਿ ਸੰਸਾਰ ਵਿੱਚ ਹੀ ਸਭ ਕੁਛ ਹੈ। ਸੰਸਾਰ ਤੋਂ ਅੱਗੇ ਜਾ ਕੇ ਵੀ ਬਹੁਤ ਕੁਛ ਹੈ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੋਇਆ ਹੈ। ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦਿੰਦੇ ਹਨ ਕਿ ਸੰਸਾਰ ਦੇ ਸੁੱਖਾਂ ਦੀ ਪ੍ਰਾਪਤੀ ਕਰਦਿਆਂ ਹੋਇਆਂ ਮਨੁੱਖ ਸੰਸਾਰ ਵਿੱਚੋਂ ਸਹਿਜੇ ਹੀ ਚਲਿਆ ਜਾਵੇ ਅਤੇ ਅੱਗੇ ਜਾ ਕੇ ਪਰਲੋਕ ਦੇ ਸੁੱਖਾਂ ਦੀ ਪ੍ਰਾਪਤੀ ਵੀ ਕਰੇ। ਬਹੁਤ ਗਿਆਨਵਾਨ ਪੁਰਖਾਂ ਨੇ ਐਸੇ ਵਿਗਿਆਨ ਦਿੱਤੇ ਨੇ ਮਨੁੱਖ ਨੂੰ, ਜਿਸ ਤਰ੍ਹਾਂ ਇੱਕ ਸ਼ਹਿਦ ਦੀ ਮੱਖੀ ਹੈ, ਸ਼ਹਿਦ ਇਕੱਠਾ ਕਰਦੀ ਹੈ। ਅਗਰ ਸ਼ਹਿਦ ਨੂੰ ਕੜਾਹੀ ਦੇ ਵਿੱਚ ਪਾ ਦਈਏ ਅਤੇ ਸ਼ਹਿਦ ਦੀ ਮੱਖੀ ਕੰਢੇ 'ਤੇ ਬਹਿ ਕੇ ਜਿਹੜੀ ਸ਼ਹਿਦ ਖਾਂਦੀ ਹੈ, ਉਹ ਸ਼ਹਿਦ ਲੈ ਕੇ ਉਹ ਖਾ ਵੀ ਜਾਂਦੀ ਹੈ ਅਤੇ ਉੜ ਵੀ ਸੌਖੀ ਜਾਂਦੀ ਹੈ। ਜਿਹੜੀ ਸ਼ਹਿਦ ਦੀ ਮੱਖੀ ਸ਼ਹਿਦ ਦੇ ਵਿਚਾਲੇ ਬਹਿ ਜਾਂਦੀ ਹੈ, ਉਹਦੀਆਂ ਲੱਤਾਂ ਲਿਬੜ ਜਾਂਦੀਆਂ ਨੇ, ਖੰਭ ਲਿਬੜ ਜਾਂਦੇ ਨੇ, ਉਸ ਨੂੰ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਗਿਆਨ ਬਖਸ਼ਿਆ ਹੈ ਕਿ ਜੀਵਨ ਦੇ ਸੁੱਖਾਂ ਦੀ ਪ੍ਰਾਪਤੀ ਕਰਦਿਆਂ ਮਨੁੱਖ ਇਤਨਾ ਗੁਲਤਾਨ ਨਾ ਹੋ ਜਾਵੇ, ਇੰਨਾ ਮਨੁੱਖ ਇਸ ਦੇ ਵਿੱਚ ਖੁੱਭ ਨਾ ਜਾਵੇ ਕਿ ਇਹਨੂੰ ਅਗਲੇ ਸਮੇਂ ਦੀ ਜਾਂ ਆਉਣ ਵਾਲਾ ਭਵਿੱਖ ਹੈ ਉਹਦੀ ਸੋਝੀ ਨਾ ਰਹੇ ਕਿ ਅੱਗੇ ਜਾ ਕੇ ਮੈਨੂੰ ਜੋ ਮੈਂ ਕਰਮ ਕਰ ਰਿਹਾ ਹਾਂ ਇਸ ਦਾ ਕੀ ਸਜ਼ਾ ਮਿਲਣੀ ਹੈ ਜਾਂ ਸੁੱਖ ਮਿਲਣਾ ਹੈ। ਇਸ ਗਿਆਨ ਵਿਚਾਰ ਦਾ ਪਤਾ ਹੀ ਨਾ ਚੱਲੇ। ਉਸ ਗਿਆਨ ਵਿਚਾਰ ਨੂੰ ਸਮਝਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੇ ਵਚਨ ਮਨੁੱਖ ਨੂੰ ਸਮਝਾਉਣ ਵਾਸਤੇ ਦਰਸਾਏ ਨੇ। ਸਾਰਾ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਨੁੱਖ ਜਾਤੀ ਨੂੰ ਸਮਝਾਉਣ ਵਾਸਤੇ ਹੈ। ਬਾਕੀ ਜੂਨਾਂ ਇਸ ਦੀ ਸੁਣ ਤਾਂ ਲੈਣਗੀਆਂ, ਪਰ ਇਸ ਨੂੰ ਕਮਾਉਣ ਵਾਸਤੇ ਸਮਰੱਥ ਨਹੀਂ ਹੋ ਸਕਦੀਆਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗਿਆਨ ਲੈ ਕੇ ਜਿੱਥੇ ਮਹੀਨਾ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਸਿੱਖਾਂ ਨੂੰ ਕਿਹਾ ਸੀ
ਭਾਈ ਜੇ ਸੰਸਾਰ ਦੇ ਕੰਮ ਕਾਜ ਕਰਦਿਆਂ ਮਨੁੱਖ ਦਾ ਵਿਹਲ ਨਾ ਮਿਲੇ ਤਾਂ ਮਹੀਨੇ ਬਾਅਦ ਜਾ ਕੇ ਗੁਰੂ ਘਰ ਵਿੱਚ ਜਾ ਕੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਅਤੇ ਗੁਰੂ ਦੇ ਚਰਨਾਂ ਵਿੱਚੋਂ ਗਿਆਨ ਬਖਸ਼ਿਸ਼ ਪ੍ਰਾਪਤ ਕਰੀਏ। ਹਰੇਕ ਮਹੀਨੇ ਵਿੱਚ ਵੱਖਰਾ ਵੱਖਰਾ ਗਿਆਨ ਬਖਸ਼ਿਆ ਹੈ। ਹਰੇਕ ਮਹੀਨੇ ਵਿੱਚ ਇੱਕ ਮਹੀਨੇ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਇਸ ਤਰ੍ਹਾਂ ਪੌੜੀਆਂ ਚੜ੍ਹਦੀਆਂ ਨੇ। ਪੌੜੀਆਂ ਚੜ੍ਹਦਿਆਂ ਚੜ੍ਹਦਿਆਂ ਮਨੁੱਖ 10-12 ਪੌੜੀਆਂ ਚੜ੍ਹ ਕੇ ਮਨੁੱਖ ਕਈ ਵਾਰੀ ਕੋਠੇ 'ਤੇ ਚੜ੍ਹ ਜਾਂਦਾ ਹੈ। ਇਸੇ ਤਰ੍ਹਾਂ ਕੁਛ ਅਵਸਥਾ ਨੇ, ਕਲਾਸਾਂ ਨੇ। ਵਿਦਿਆਰਥੀ ਪੜ੍ਹਦਾ ਹੈ 12 ਕਲਾਸਾਂ ਤੱਕ। ਹੁਣ ਤਾਂ ਗੌਰਮੈਂਟ ਨੇ ਵੀ ਕਰ ਦਿੱਤਾ ਹੈ ਕਿ ਕੋਈ ਸਰਕਾਰੀ ਅਹੁਦੇ 'ਤੇ ਸਥਾਪਿਤ ਹੋਣਾ ਹੋਵੇ ਅਤੇ 12 ਕਲਾਸਾਂ ਪੜ੍ਹਨੀਆਂ ਪੈਂਦੀਆਂ ਨੇ। ਇਸੇ ਤਰ੍ਹਾਂ ਧਾਰਮਿਕ ਪੱਖ ਦੇ ਅੰਦਰ ਵੀ ਗੁਰੂ ਨਾਨਕ ਸਾਹਿਬ ਜੀ ਨੇ 10 ਸਰੀਰ ਧਾਰਨ ਕੀਤੇ ਨੇ। 11ਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ 11ਵੇਂ ਤੋਂ ਬਾਅਦ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਜਿਸ ਅਵਸਥਾ ਦੇ ਵਿੱਚ ਜਾ ਕੇ ਮਨੁੱਖ ਨੂੰ ਸਾਰਾ ਬ੍ਰਹਮ ਦਾ ਗਿਆਨ ਹੈ। ਕਿੱਥੇ ਕੀ ਹੈ, ਕਿੱਥੇ ਕੀ ਹੈ, ਕਿਹੜੇ ਮੁਲਕ ਵਿੱਚ ਕੀ ਹੁੰਦਾ ਹੈ, ਕਿੱਥੇ ਕੀ ਹੁੰਦਾ ਹੈ, ਸੰਸਾਰ ਦੀ ਸਾਰੀ ਸੋਝੀ ਆ ਜਾਂਦੀ ਹੈ। ਉਸ ਨੂੰ ਕਹਿੰਦੇ ਨੇ ਬ੍ਰਹਮ ਗਿਆਨ। ਬ੍ਰਹਮ ਬਾਰੇ ਗਿਆਨ ਹੋ ਜਾਣਾ। ਬ੍ਰਹਮ ਦਾ ਜਿੱਥੇ ਜਿੱਥੇ ਵੀ ਪਸਾਰਾ ਹੈ ਉਸ ਪਸਾਰੇ ਦਾ ਗਿਆਨ ਹੋ ਜਾਣਾ। ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੱਕ ਪਹੁੰਚਣ ਤੱਕ ਮਨੁੱਖ ਨੂੰ ਬੜੀਆਂ ਹਦਾਇਤਾਂ ਕੀਤੀਆਂ ਨੇ। ਇਹ ਹੌਲੀ ਹੌਲੀ ਪੌੜੀ ਚੜ੍ਹਦਿਆਂ 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 11ਵਾਂ ਗਿਆਨ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਇਹ ਗਿਆਨ ਸਿਰੇ 'ਤੇ ਨਿਚੋੜ ਕੱਢ ਦਿੱਤਾ। ਜਿੱਦਾਂ 100 ਹੱਥ ਰੱਸਾ ਸਿਰੇ 'ਤੇ ਗੰਢ। ਭਗਤਾਂ ਨੇ ਆਪਣੇ ਹਿਰਦੇ 'ਚੋਂ ਗਿਆਨ ਪ੍ਰਭੂ ਪ੍ਰਾਪਤੀ ਦਾ ਜੋ ਉਹਨਾਂ ਨੂੰ ਰਸਤੇ ਵਿੱਚ ਰੁਕਾਵਟ ਆਈ ਸੀ, ਉਸ ਰੁਕਾਵਟ ਨੂੰ ਦੂਰ ਵੀ ਕੀਤਾ ਅਤੇ ਦੂਰ ਕਰਨ ਦਾ ਢੰਗ ਤਰੀਕਾ ਆਉਣ ਵਾਲੀਆਂ ਪੀੜ੍ਹੀਆਂ ਨੂੰ, ਜਿਹੜੇ ਵੀ ਧਾਰਮਿਕ ਪੱਖ ਵਿੱਚ ਪਰਮੇਸ਼ਰ ਵੱਲ ਨੂੰ ਤੁਰਦੇ ਆ, ਉਹਨਾਂ ਪੌੜੀਆਂ ਦਾ ਗਿਆਨ ਦਿੱਤਾ ਹੈ। ਕਿਸ ਮੰਜ਼ਿਲ 'ਤੇ ਕੀ ਅਵਸਥਾ ਆਵੇਗੀ, ਕਿਹੜੀ ਮੰਜ਼ਿਲ 'ਤੇ ਕਿਹੜੀ ਅਵਸਥਾ ਆਵੇਗੀ, ਉੱਥੇ ਜਾ ਕੇ ਮਨੁੱਖ ਹੌਲੀ ਹੌਲੀ ਆਪਣੀ ਅਵਸਥਾ ਤੱਕ ਪਹੁੰਚ ਜਾਂਦਾ ਹੈ। ਇੱਥੋਂ 12 ਮਾਹਾਂ ਜੀ ਦੀ ਪਵਿੱਤਰ ਬਾਣੀ ਨੂੰ ਰਚਣ ਲੱਗਿਆਂ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਤ ਤੋਂ ਸ਼ੁਰੂ ਕੀਤਾ ਹੈ। ਅਗਰ ਮਨੁੱਖ ਦੀ ਕਿਰਤ ਚੰਗੀ ਬਣ ਜਾਵੇ ਤਾਂ ਕਰਮ ਚੰਗਾ ਬਣ ਜਾਂਦਾ। ਜਦੋਂ ਕਿਰਤ ਵਿਗੜ ਜਾਂਦੀ ਹੈ ਤਾਂ ਕਰਮ ਵੀ ਮਾੜਾ ਹੋ ਜਾਂਦਾ ਹੈ। ਮਾੜੀ ਕਿਰਤ ਜਿੱਥੇ ਮਨੁੱਖ ਦੇ ਸੁਭਾਅ ਨੂੰ ਬਦਲਦੀ ਹੈ, ਮਾੜੀ ਕਿਰਤ ਪਰਮੇਸ਼ਰ ਤੋਂ ਵੀ ਦੂਰ ਕਰ ਦਿੰਦੀ ਹੈ। ਮਾੜੀ ਕਿਰਤ ਜਿੱਥੇ ਸਮਾਜ ਵਿੱਚ ਨਿੰਦਣਯੋਗ ਹੈ, ਸਮਾਜ ਦੇ ਲੋਕ ਵੀ ਉਸ ਨੂੰ ਚੰਗਾ ਨਹੀਂ ਸਮਝਦੇ। ਜਿਹੜੇ ਮਨੁੱਖ ਲੋਕਾਂ ਤੋਂ ਲੁੱਟ ਖੋਹ ਕਰਕੇ ਖਾਂਦੇ ਹਨ, ਸਮਾਜ ਵੀ ਉਹਨਾਂ ਨੂੰ ਚੰਗਾ ਨਹੀਂ ਗਿਣਦਾ। ਸਮਾਜ ਨਹੀਂ ਚੰਗਾ ਗਿਣਦਾ ਅਤੇ ਧਾਰਮਿਕ ਪੱਖ ਵਿੱਚ ਵੀ ਲੋਕ ਉਸ ਨੂੰ ਚੰਗਾ ਨਹੀਂ ਗਿਣਦੇ। ਸਾਰੀ ਸ੍ਰਿਸ਼ਟੀ ਦੇ ਅੰਦਰ ਪਰਮੇਸ਼ਰ ਵਿਆਪਕ ਹੈ, ਸਾਰੇ ਮਨੁੱਖਾਂ ਅੰਦਰ ਵਿਆਪਕ ਹੈ। ਜਿਹੜਾ ਮਨੁੱਖ ਸਹੀ ਤਰੀਕੇ ਨਾਲ ਆਪਣੇ ਮੰਜ਼ਿਲ 'ਤੇ ਤੁਰਦਾ ਹੈ, ਸਹੀ ਢੰਗ ਨਾਲ ਗੁਰੂ ਦੇ ਕਹੇ ਮੁਤਾਬਕ ਆਪਣੇ ਜੀਵਨ 'ਤੇ ਚੱਲਦਾ ਹੈ, ਸੰਸਾਰ ਦੇ ਲੋਕਾਂ ਵਿੱਚ ਉਹ ਸਤਿਕਾਰਯੋਗ ਹੋ ਜਾਂਦਾ ਹੈ। ਸੰਸਾਰ ਦੇ ਲੋਕ ਆਪ ਹੀ ਉਹਦਾ ਸਤਿਕਾਰ ਕਰਨ ਲੱਗ ਜਾਂਦੇ ਆ। ਮਹਾਂਪੁਰਸ਼ ਬਚਨ ਕਰਦੇ ਹੁੰਦੇ ਸਨ। ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ ਕਈ ਵਾਰੀ ਸੰਗਤ ਵਿੱਚ ਵਚਨ ਕਰਿਆ ਕਰਦੇ ਸਨ, ਭਾਈ ਇਹ ਜਿਹੜੇ ਦਰੱਖਤਾਂ ਦੇ ਪੱਤੇ ਆ ਇਹ ਵੀ ਸਾਨੂੰ ਦੇਖਦੇ ਆ, ਮਨੁੱਖ ਤਾਂ ਦੇਖਦੇ ਹੀ ਆ। ਇਹ ਸਾਰੀ ਪਰਮੇਸ਼ਰ ਦੀ ਰਚੀ ਹੋਈ ਸ੍ਰਿਸ਼ਟੀ ਆ, ਇਹ ਸਾਰੇ ਸਾਨੂੰ ਦੇਖਦੇ ਆ। ਉਹ ਸ੍ਰਿਸ਼ਟੀ ਹੀ ਮਨੁੱਖ ਨੂੰ ਸਤਿਕਾਰ ਦੇ ਦਿੰਦੀ ਆ, ਸ੍ਰਿਸ਼ਟੀ ਹੀ ਮਨੁੱਖ ਨੂੰ ਮਾੜਾ ਕਹਿਣ ਲੱਗ ਜਾਂਦੀ ਆ। ਕਿਉਂਕਿ ਸਾਰਿਆਂ ਵਿੱਚ ਪ੍ਰਭੂ ਵਿਆਪਕ ਹੈ। ਜਿਨ੍ਹਾਂ ਪੁਰਖਾਂ ਦੀ ਕਿਰਤ ਚੰਗੀ ਨਹੀਂ ਉਹਨਾਂ ਨੂੰ ਸੰਸਾਰ ਨੇ ਵੀ ਨਹੀਂ ਚੰਗਾ ਕਿਹਾ, ਅਤੇ ਪਰਲੋਕ ਵਿੱਚ ਵੀ, ਧਾਰਮਿਕ ਪੱਖ ਵਿੱਚ ਵੀ, ਗ੍ਰੰਥਾਂ ਵਿੱਚ ਵੀ ਉਸ ਮਨੁੱਖ ਨੂੰ ਚੰਗਾ ਨਹੀਂ ਕਿਹਾ ਗਿਆ। ਸ਼ੁਰੂਆਤ ਗੁਰਸਿੱਖ ਦੀ ਜਿੱਥੇ ਵੀ ਜਿਹੜਾ ਵੀ ਕੋਈ ਧਾਰਮਿਕ ਪੱਖ 'ਤੇ ਤੁਰਦਾ ਹੈ, ਜੇ ਉਸਨੇ ਤੁਰਨਾ ਹੈ, ਪਹਿਲੀ ਪੌੜੀ ਉਸਦੀ ਇਹ ਹੈ ਕਿ ਕਿਰਤ ਨੂੰ ਸਹੀ ਕਰ ਲੈਣਾ। ਆਪਣੀ ਕਿਰਤ ਆਪ ਕਮਾ ਕੇ ਆਪਣੇ ਹੱਥਾਂ ਨਾਲ 10 ਨੋਹਾਂ ਦੀ ਕਿਰਤ ਕਰਨੀ। 10 ਨੋਹਾਂ ਨਾਲ ਕਿਰਤ ਤਾਂ ਚੋਰ ਵੀ 10 ਨੋਹਾਂ ਨਾਲ ਹੀ ਲਿਆਉਂਦਾ ਹੈ, ਪਰ ਧਰਮ ਦੀ ਕਿਰਤ ਕਰਨੀ ਹੈ। ਜੋ ਧਰਮ ਦੇ ਕਾਇਦੇ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਆਪਣੇ ਜੀਵਨ ਦਾ ਨਿਰਵਾਹ ਕਰਨਾ ਹੈ।
ਭਗਤਾਂ ਦਾ ਜੀਵਨ ਪੜ੍ਹ ਕੇ ਦੇਖੋ, ਗੁਰੂਆਂ ਦਾ ਜੀਵਨ ਪੜ੍ਹ ਕੇ ਦੇਖੋ। ਗੁਰੂ ਨਾਨਕ ਸਾਹਿਬ ਜੀ ਨੇ ਖੇਤੀ ਕੀਤੀ ਆ। 70 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਝੋਨੇ 'ਚੋਂ ਪੱਠੇ ਪੱਟਦੇ ਰਹੇ ਆ। ਗੁਰੂ ਅੰਗਦ ਦੇਵ ਮਹਾਰਾਜ ਦੇ ਸਿਰ 'ਤੇ ਪੰਡ ਰੱਖੀ ਹੈ ਪੱਠਿਆਂ ਦੀ। ਗਾਰੇ ਨਾਲ ਸਤਿਗੁਰੂ ਅੰਗਦ ਦੇਵ ਮਹਾਰਾਜ ਦੇ ਵਸਤਰ ਲਿਬੜ ਗਏ, ਪਰ ਲਿਆ ਕੇ ਪਸ਼ੂਆਂ ਦੇ ਪਾਸੇ ਸਿੱਟੀ ਹੈ ਪੰਡ। ਮਾਤਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵਚਨ ਕੀਤਾ ਸੀ ਕਿ ਸੰਗਤ ਆਉਂਦੀ ਹੈ, ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਸੰਗਤ ਦੀ ਬੇਇੱਜ਼ਤਕਾਰੀ ਕਰੋਗੇ, ਸੰਗਤ ਨਹੀਂ ਆ ਸਕਦੀ। ਕਿੰਨਾ ਸੁੰਦਰ ਜਾਮਾ ਸੀ, ਸੁੰਦਰ ਕੱਪੜੇ ਸੀ, ਕਿਸੇ ਹੋਰ ਗੁਰਸਿੱਖ ਨੂੰ ਚੁਕਾ ਦੇਣੇ ਸੀ ਪੱਠੇ। ਪਰ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਇਹ ਚਿੱਕੜ ਨਹੀਂ ਹੈ, ਕੇਸਰ ਦੇ ਛਿੱਟੇ ਨੇ, ਇਹ ਪੰਡ ਨਹੀਂ ਹੈ, ਸੰਸਾਰ ਦੀ ਇੱਕ ਛਤਰ ਹੈ ਜਿਹੜਾ ਇਸ ਦੇ ਸਿਰ 'ਤੇ ਦਿੱਤਾ ਹੈ। ਜਦੋਂ ਮਨੁੱਖ ਦੀ ਕਿਰਤ ਸਹੀ ਹੁੰਦੀ ਹੈ, ਉਹਦਾ ਮਨ ਵੀ ਸ਼ੁੱਧ ਰਹਿੰਦਾ। ਜਦੋਂ ਕਿਰਤ ਵਿਗੜ ਜਾਂਦੀ ਹੈ, ਮਨੁੱਖ ਦੇ ਮਨ 'ਤੇ ਵੀ ਪ੍ਰਭਾਵ ਪੈ ਜਾਂਦਾ। ਮਨੁੱਖ ਦੀ ਬਿਰਤੀ ਆਪਣੇ ਆਪ ਪ੍ਰਭੂ ਤੋਂ ਪਿੱਛੇ ਹਟਣ ਲੱਗ ਜਾਂਦੀ ਹੈ। ਮਨੁੱਖ ਨੂੰ ਪੁੱਛਣ ਜਾਣਾ ਨਹੀਂ ਪੈਂਦਾ ਮੈਂ ਪ੍ਰਭੂ ਦੇ ਕਿੰਨਾ ਨੇੜੇ ਹਾਂ, ਇਹਨੂੰ ਆਪਣੇ ਆਪ ਹੀ ਪਤਾ ਚੱਲ ਜਾਂਦਾ ਵੀ ਮੈਂ ਕਿੰਨਾ ਕੁ ਪਰਮੇਸ਼ਰ ਦੇ ਨੇੜੇ ਹਾਂ, ਕਿੰਨੀ ਕੁ ਮੈਨੂੰ ਉਹਦੀ ਯਾਦ ਆਉਂਦੀ ਹੈ। ਜਿਹਦੀ ਯਾਦ ਜ਼ਿਆਦਾ ਆਉਂਦੀ ਹੈ ਉਹੀ ਪਿਆਰਾ ਜ਼ਿਆਦਾ ਹੁੰਦਾ ਹੈ। ਜਿਹਦੀ ਧਨ ਵਿੱਚ ਇੱਛਾ ਹੈ, ਉਹਦੀ ਧਨ ਦੀ ਹਰ ਵੇਲੇ ਭਾਵੇਂ ਧਾਰਮਿਕ ਜਗ੍ਹਾ 'ਤੇ ਵੀ ਚਲੇ ਜਾਵੇ, ਉਹਦੀ ਜਿਹੜੀ ਅੰਦਰ ਲਾਲਸਾ ਹੈ, ਅੰਦਰ ਇੱਛਾ ਹੈ, ਮਨ ਦੀ ਦੌੜ ਮਾਇਆ ਤੱਕ ਹੀ ਰਹਿੰਦੀ ਹੈ। ਮਾਇਆ ਦੇ ਕਾਰਜ ਨੂੰ ਹੀ ਮਨ ਦੇ ਅੰਦਰ ਚਿਤਵਦਾ ਰਹਿੰਦਾ, ਕਿਸ ਤਰ੍ਹਾਂ ਇਹ ਕੰਮ ਕਰਨਾ, ਕਿਸ ਤਰ੍ਹਾਂ ਇਹ ਕੰਮ ਕਰਨਾ। ਗੁਟਕਾ ਫੜ ਕੇ ਵੀ, ਬਾਣੀ ਪੜ੍ਹਦਿਆਂ ਵੀ ਉਹਦੇ ਅੰਦਰ ਇਹ ਲਾਲਸਾ ਲੱਗੀ ਰਹਿੰਦੀ ਹੈ। ਜਿਹਦੇ ਅੰਦਰ ਕੋਈ ਸੰਸਾਰਕ ਕਿਸੇ ਦੇ ਨਾਲ ਪ੍ਰੇਮ ਹੈ, ਚਾਹੇ ਮਨੁੱਖ ਹੈ, ਚਾਹੇ ਇਸਤਰੀ ਹੈ, ਉਹਦੇ ਅੰਦਰ ਜੇ ਇਹੀ ਲਾਲਸਾ ਹੈ ਤੇ ਧਾਰਮਿਕ ਪੱਖ ਅੰਦਰ ਜਾ ਕੇ ਵੀ ਤੇ ਪੂਜਾ ਪਾਠ ਕਰਦਿਆਂ ਵੀ ਉਹਦੇ ਅੰਦਰੋਂ ਇਹ ਗੱਲ ਨਿਕਲਦੀ ਨਹੀਂ ਹੈ। ਉਸ ਗੱਲ ਨੂੰ ਵਾਰ-ਵਾਰ ਚਿਤਵਦਾ ਹੈ। ਜਿਸ ਗੱਲ ਨੂੰ ਵਾਰ-ਵਾਰ ਚਿਤਵਦਾ ਹੈ ਉਹਦੇ ਨਾਲ ਪ੍ਰੇਮ ਹੈ। ਜਿਹਨੂੰ ਘੱਟ ਚੇਤੇ ਕਰਦਾ ਉਹਦੇ ਨਾਲ ਘੱਟ ਪ੍ਰੇਮ ਹੈ। ਜਿਹਨੂੰ ਤੁਸੀਂ ਘੱਟ ਚੇਤੇ ਕਰਦੇ ਹੋ, ਤੁਹਾਨੂੰ ਜਿਹੜੇ ਬੜੇ ਮਿਲਦੇ ਨੇ ਦੁਨੀਆ ਅੰਦਰ ਲੋਕ, ਜਿਨ੍ਹਾਂ ਦੀ ਯਾਦ ਘੱਟ ਬਣਦੀ ਹੈ, ਉਹਨਾਂ ਨਾਲ ਪ੍ਰੇਮ ਘੱਟ ਹੈ। ਪ੍ਰਭੂ ਨੂੰ ਯਾਦ ਕਰਨ ਵਾਸਤੇ ਸਭ ਤੋਂ ਵੱਡੀ ਇੱਕ ਇਹ ਸਤਿਗੁਰੂ ਜੀ ਨੇ ਸਾਧਨ ਦੱਸਿਆ ਹੈ। ਗੁਰਸਿੱਖਾਂ ਨੂੰ ਵੀ, ਸਾਰੀ ਸਿੱਖ ਕੌਮ ਨੂੰ ਨਹੀਂ, ਸਾਂਝਾ ਗਿਆਨ ਹੈ। ਜੇ ਕੋਈ ਹਿੰਦੂ ਹੈ, ਉਹ ਕੋਈ ਕਿਸੇ ਦਾ ਹੱਕ ਖਾਂਦਾ ਹੈ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹ ਗਊ ਖਾਂਦਾ ਹੈ। ਜੇ ਮੁਸਲਮਾਨ ਕਿਸੇ ਦਾ ਹੱਕ ਖਾਂਦਾ ਹੈ ਤਾਂ ਉਹ ਸੂਰ ਖਾਂਦਾ ਹੈ। ਜੇ ਸਿੱਖ ਹੋ ਕੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਾ ਕੋਈ ਕਿਸੇ ਦੇ ਹੱਕ 'ਤੇ ਆਪਣਾ ਹੱਕ ਜਮਾਉਂਦਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰਾ ਸਿੱਖ ਨਹੀਂ ਹੈ। ਭਾਵੇਂ ਸਿੱਖ ਤਾਂ ਕਹਿ ਰਿਹਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਪਰ ਗੁਰੂ ਨਹੀਂ ਹਾਮੀ ਭਰਦਾ। ਗੁਰੂ ਉਹਦੀ ਹਾਮੀ ਇਸ ਕਰਕੇ ਨਹੀਂ ਭਰਦਾ। ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵਚਨ ਲਿਖਿਆ ਹੈ, ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ। ਹੱਕ ਪਰਾਇਆ ਨਾਨਕਾ ਉਸ ਸੂਰ ਸਗਾਏ। ਪਰਾਇਆ ਹੱਕ ਹਿੰਦੂ ਨੂੰ ਗਾਂ ਹੈ ਤੇ ਮੁਸਲਮਾਨ ਨੂੰ ਸੂਰ ਦੀ ਜਗ੍ਹਾ 'ਤੇ ਹੈ। ਇਹ ਗਿਆਨ ਦੇ ਕੇ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਰਜਾ ਬਦਰਜਾ ਸਭ ਤੋਂ ਪਹਿਲਾਂ ਕਿਰਤ ਤੋਂ ਸ਼ੁਰੂ ਕਰਕੇ ਜਦੋਂ ਮਨ ਦੇ ਅੰਦਰ ਪਿਆਰ ਬਣਿਆ ਅਤੇ ਜਦੋਂ ਪਿਆਰ ਦੇ ਵਿੱਚ ਕੋਈ ਰੁਕਾਵਟ ਬਣੀ ਆ, ਉਹ ਰੁਕਾਵਟ ਬਣਨ 'ਤੇ ਜਦੋਂ ਮਨੁੱਖ ਨੂੰ ਉਹ ਵਸਤੂ ਪ੍ਰਾਪਤ ਨਹੀਂ ਹੁੰਦੀ ਤਾਂ ਫਿਰ ਉਹਦੇ ਮਨੁੱਖ ਦੇ ਅੰਦਰ, ਮਨ ਦੇ ਅੰਦਰ ਬੜਾ ਬਰਾਗ ਲੱਗਦਾ ਹੈ। ਅਤੇ ਵਿਸਾਖ ਦੇ ਮਹੀਨੇ ਵਿੱਚ ਵੀ ਗਿਆਨ ਬਖਸ਼ਿਆ ਹੈ। ਵਿਸਾਖ ਧੀਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿਛੋ। ਪ੍ਰੇਮ ਪੈ ਕੇ ਕਿਸੇ ਦਾ ਟੁੱਟ ਗਿਆ, ਉਹਦਾ ਮਤਲਬ ਹੈ ਉਹਦੀ ਕਿਰਤ ਮਾੜੀ ਹੋ ਗਈ। ਕਿਰਤ ਮਾੜੀ ਹੋਣ ਕਾਰਨ ਉਹਦਾ ਮਨ ਆਪਣੇ ਆਪ ਹੀ ਪਿੱਛੇ ਹੋ ਗਿਆ। ਇਸ ਤਰ੍ਹਾਂ 10 ਗੁਰੂ ਸਾਹਿਬਾਨਾਂ ਨੇ ਸਾਰਾ ਹੀ ਗਿਆਨ ਗੁਰਸਿੱਖਾਂ ਨੂੰ ਬਖਸ਼ਿਆ ਹੈ ਅਤੇ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ 11ਵਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੈ। ਉਹ ਗਿਆਨ ਦੀ ਪ੍ਰਾਪਤੀ ਕਰਕੇ ਮਨੁੱਖ ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚਦਾ ਹੈ। ਆਨੰਦ ਦੀ ਪ੍ਰਾਪਤੀ ਕਰਨ ਵਾਸਤੇ, ਸੁਖੀ ਜੀਵਨ ਬਤੀਤ ਕਰਨ ਵਾਸਤੇ ਅਗਰ ਸਾਰੇ ਗਿਆਨ ਮਨੁੱਖ ਇਸ ਦੇ ਉੱਤੇ ਚੱਲਣਾ ਕਰ ਦੇਵੇ ਤਾਂ ਸੰਸਾਰ ਦੇ ਸਾਰੇ ਸੁੱਖ ਉਹਦੇ ਚਰਨਾਂ ਵਿੱਚ ਆ ਕੇ ਡਿੱਗਦੇ ਆ। ਉਹ ਭਾਵੇਂ ਫਿਰ ਉਹਦੀ ਇੱਛਾ ਨਹੀਂ ਰਹਿੰਦੀ। ਜਿਹੜਾ ਗੁਰੂ ਦੇ ਨੇੜੇ ਚਲੇ ਜਾਂਦਾ, ਸੰਸਾਰਕ ਸੁੱਖਾਂ ਦੀ ਉਹਦੀ ਇੱਛਾ ਤਾਂ ਨਹੀਂ ਰਹਿੰਦੀ, ਪਰ ਸੁੱਖ ਉਹਦੇ ਅੱਗੇ ਪਿੱਛੇ ਤੁਰੇ ਫਿਰਦੇ ਆ। ਪਰ ਉਹ ਉਹਨਾਂ ਨੂੰ ਗ੍ਰਹਿਣ ਨਹੀਂ ਕਰਦਾ, ਕਿਉਂਕਿ ਉਹਦੀ ਮਨ ਬਿਰਤੀ ਪਰਮੇਸ਼ਰ ਨਾਲ ਪ੍ਰੇਮ ਹੈ।
फिर भावें जंगल विच बैठा है, भावें उन्होंने पदार्थ मिलता है ਜਾਂ नहीं मिलता है, भावें शरीर ते कपड़ा है ਜਾਂ नहीं है, ਉਹਦੇ अंदर प्रभु प्रेम की इच्छा बनी होती है। वो दूसरिया चीज़ों को तुच्छ समझदा है इस दे बराबर। तो सतगुरु जी ने पिछला महीना माघ का आखिरी 11वें महीने में ज्ञान बख्शिया सी। माघ मजन संग साधुआं तक पहुँचण तक, रब दियां प्यारियां तक पहुँचण वास्ते मनुख नूं मेहनत करनी पैंदी है। जदों पुन बन जाता है, बहुत वड्डे पुन हुंदे आ, तां वड्डे साधुआं दी संगत, महात्मा की संगत उस जीव नूं प्राप्त हुंदी है। जदों पुन किसी दे घट हुंदे आ, कोल बैठा भी साधुआं ते विश्वास नहीं करता। जिन्हां दे पुन वड्डे हुंदे आ, उन्हां नूं साधु जाके जगह जगह ते लभ लैंदे आ। पुन्नां दा कारण सी कौडे राखस वर्गियां दे पिछले पुन सन, भुल्ले होए सन। उन्हां नूं समझाउण वास्ते गुरु नानक साहिब जी ने उन्हां नूं लभ लिया। सज्जन ठग वर्गे भावें भुल्ले होए सन, जाके उन्होंने समझाउण दा यतन किया, समझा के सीधे रस्ते पा दिता ते उन्हां नूं फिर सही मार्ग ते तुरन वास्ते प्रेरित कर दिता। जो दुनिया के प्रेरणा स्रोत बने, प्रेरणा उन्होंने दुनिया ने उन्हां तो सेध लैके अगे अपने जीवन नूं सही रस्ते ते तोरिया। तां सतगुरु जी ने गुरु ग्रंथ साहिब विच लिखिया, पूर्व कर्म अंकर जब प्रगटिओ, भेटिओ पुरख रसक बैरागी, मिटिओ अंधेर मिलत हर नानक, जन्म जन्म की सोई जागी। बहुत वड्डे पुन होण किसी महात्मा की संगत प्राप्त होंदी है। महात्मा की संगत तो बाद फिर वो ज्ञान जिहड़ा है, गुरु का ब्रह्म का ज्ञान है, उस मनुख के हिरदे ते वासा करा दिंदे आ, जिन्हां नूं ब्रह्म ज्ञान आप हुंदा। तां संत महाराज जी जिन्हां दे पवित्र अस्थान ते बैठे हों, बहुत सारे पुरखां ने इत्थों ब्रह्म ज्ञान की अवस्था प्राप्त की है। बड़े बड़े पुरख इत्थों अवस्था प्राप्त करके गए आ। जिन्हां नूं कुछ मिलिया, उन्हां महापुरखां तो सारा जीवन अपना सवासां तक इत्थे सेवा करके चले गए। क्योंकि जिन्हां नूं पता लग जाए महक हुंदी है फुੱਲ विच, भौरे फिर फुੱਲ नूं छड्ड के नहीं जाते, वो उत्थे ही भौरे फुੱਲ की महक तक उत्थे जुड़े रहिंदे आ, जिन्ना चिर उहदी महक रहिंदी है। बंदगी वाले पुरखां दी रहिंदी दुनिया तक महक रहिंदी है। उन्हां धरतियां तो जाके भी दुनिया बाद विच भी महक लैंदी रहिंदी है। इस करके जिद्दां पतंगा है, लाइट नूं छड्ड नहीं सकदा, पतंगे नूं पता चल जांदा, वो लाइट तक जाके अपनी जान दे दिंदा, पिछे नूं नहीं मुड़दा। इस तरह जिहड़े महात्मा की संगत विच जिन्हां दे पुन बहुत वड्डे सन, वो पुन्नां दे कारण ही महात्मा पुरखां की संगत करके उन्हां दी धूड़ी का इशनान उन्हां पुरखां ने कीता। माघ मजन संग साधुआं धूड़ी कर इशनान, उन्हां दी धूड़ी का फल प्राप्त होया। हर का नाम ध्याए सुण, उन्हें परमेश्वर के नाम नूं ध्याउणा शुरू कर दिता, परमेश्वर नूं चेते करना शुरू कर दिता। जदों कोई रुकावट बनी, फिर महात्मा रुकावट नूं दूर करन दा यतन करते रहे। बड़े बड़े जिहड़े ज्ञानवान पुरख भी सन, जिन्हां दी अवस्था भी सी, उन्हां दी अवस्था विच कई बार रुकावट पै जांदी सी ते इत्थे आके रुकावट नूं दूर करते हुंदे सन। संत बाबा ध्यान सिंह जी चोला साहब वाले संत महाराज दे नाल ही फौज विच सन। जिहड़े इन्हां दे नाल दे फौजी सन, सारे ब्रह्म अवस्था वाले होए आ। वो फौजी सारे नाल ही आ गए सन ते बड़ी अवस्था दे मालक सन। अवस्था एडी उच्ची सी कि उन्हां दा पुत्र सी विसाखा सिंह 21 साल का। वो महापुरुष शाम नूं हर रोज़ बाहर जंगल विच सिमरन करन जाया करते सन। शाम नूं हर रोज़ नेम दे नाल जंगल नूं जाना, सिमरन करना। एक दिन उन्हां दा 21 साल का पुत्र विसाखा सिंह कहण लग्या, पिता जी अज जाओ ना, अज मैं पूरे 2 बजे शरीर छड़ जाना। नौजवान पुत्र होवे, 21 साल की उम्र होवे, वो अपने पिता नूं कहे मैं शरीर छड़ जाना, तुसी जाओ ना। अग्गों बाबा ध्यान सिंह जी ने कहा, भाई मैं तो 2 बजे तो शरीर छड्डिया, 5 बज जाने आ संस्कार नूं, कट्ठे कुट्ठे रिश्तेदार हुंदियां नूं, मैं रुकना नहीं है, मैं उत्थों सीधा ही शमशान नूं जिथे संस्कार होना सीधा ही आ जाऊँगा। उही गल हुई, विसाखा सिंह ने पूरे 2 बजे शरीर छड़ दिता। तो बाबा ध्यान सिंह जी उत्थों फिर
ਪੂਰੇ 5 ਵਜੇ ਉੱਥੇ ਸੰਸਕਾਰ 'ਤੇ ਪਹੁੰਚ ਗਏ। ਸੰਸਕਾਰ ਕਰਕੇ ਘਰ ਨੂੰ ਆ ਗਏ। ਏਡੀ ਉੱਚੀ ਅਵਸਥਾ ਹੋਣ ਦੇ ਮਾਲਕ ਵੀ ਉਹਨਾਂ ਨੂੰ ਰੁਕਾਵਟ ਪੈ ਗਈ ਆਪਣੀ ਅਵਸਥਾ ਦੇ ਵਿੱਚ। ਫਿਰ ਉਹ ਇੱਥੇ ਸੰਤ ਮਹਾਰਾਜ ਦੇ ਚਰਨਾਂ 'ਚ ਆਏ। ਉਹਨਾਂ ਨੂੰ 3 ਮਹੀਨੇ ਇੱਥੇ ਰੱਖ ਕੇ ਉਹਨਾਂ ਦੀ ਅਵਸਥਾ ਮੁੜ ਕੇ ਸਹੀ ਕੀਤੀ। ਵੱਡੀਆਂ ਵੱਡੀਆਂ ਅਵਸਥਾ ਵਾਲੇ ਪੁਰਖ ਜਿਨ੍ਹਾਂ ਨੂੰ ਰਸਤੇ ਵਿੱਚ ਰੁਕਾਵਟ ਪੈ ਗਈ, ਉਹ ਇਹਨਾਂ ਮਹਾਤਮਾ ਤੋਂ ਆ ਕੇ ਉਹ ਰੁਕਾਵਟ ਨੂੰ ਦੂਰ ਕਰਾਉਣ ਦਾ ਯਤਨ ਕਰਦੇ ਰਹੇ। ਜਦੋਂ ਗੱਡੀ ਖਰਾਬ ਹੋ ਜਾਂਦੀ ਹੈ, ਉਹਨੂੰ ਮਿਸਤਰੀ 'ਤੇ ਲੈ ਕੇ ਜਾਂਦੇ ਆ। ਜਦੋਂ ਮਨ ਦੀ ਅਵਸਥਾ ਵਿਗੜ ਜਾਂਦੀ ਹੈ ਤੇ ਮਨ ਦੇ ਜਾਣੂ ਪੁਰਖ ਜਿਹੜੇ ਮਨ ਨੂੰ ਜਾਣਦੇ ਆ, ਇਹਦਾ ਮਨ ਕੀ ਸੋਚਦਾ ਹੈ, ਕਿੱਧਰਲੇ ਪਾਸੇ ਨੂੰ ਤੁਰਿਆ, ਉਹ ਮਨ ਦੀ ਮੁਰੰਮਤ ਫਿਰ ਉਹ ਮਹਾਤਮਾ ਲੋਕ ਕਰਦੇ ਆ। ਇਹਨਾਂ ਦੇ ਕੋਲ ਅਵਸਥਾ ਸੀ, ਹਰੇਕ ਦੇ ਮਨ ਦੀ ਜਾਣਦੇ ਸਨ। ਹਰੇਕ ਜੀਵ ਦੇ, ਹਰੇਕ ਪਸ਼ੂ ਦੇ, ਪੰਛੀ ਦੇ। ਬਾਬਾ ਕਲਿਆਣ ਦਾਸ ਜੀ ਨੂੰ ਬਚਨ ਕੀਤਾ ਸੀ। ਉਹਨਾਂ ਨੇ ਕਿਹਾ ਸੀ, ਮਹਾਰਾਜ ਮੇਰੇ ਮਨ ਦੀ ਗੱਲ ਬੁੱਝ ਲਓ। ਕਹਿੰਦੇ ਕਾਕਾ, ਮਨ ਦੀ ਤਾਂ ਅਸੀਂ ਕੀੜੀ ਦੀ ਵੀ ਜਾਣਦੇ ਹਾਂ। ਮਨ ਦੀ ਤਾਂ ਅਸੀਂ 84 ਲੱਖ ਕੀੜੀ ਤੋਂ ਲੈ ਕੇ ਹਾਥੀ ਤੱਕ ਹਰੇਕ ਜੀਵ ਦੇ ਹਿਰਦੇ ਦੀ ਜਾਣਦੇ ਹਾਂ। ਤੂੰ ਮਨ ਦੀ ਗੱਲ ਕਹਿਣਾ, ਮਨ ਤਾਂ ਦੀ ਗੱਲ ਤਾਂ ਮਦਾਰੀ ਵੀ ਦੱਸ ਦਿੰਦੇ ਆ ਕਈ ਵਾਰੀ। ਇਹ ਅਵਸਥਾ ਬ੍ਰਹਮ ਦੀ ਹੈ। ਜਿਹੜੇ ਜਿੰਨਾ ਵੀ ਸ੍ਰਿਸ਼ਟੀ ਸਾਜੀ ਹੈ, ਸਾਰਿਆਂ ਦੇ ਮਨ ਦੀ ਅਵਸਥਾ ਸਾਨੂੰ ਪਤਾ ਹੈ। ਕਿੱਥੇ ਕਿੱਥੇ ਸਾਧ ਬੈਠਾ ਹੈ, ਕਿੱਡੀ ਉੱਚੀ ਅਵਸਥਾ ਵਾਲਾ ਹੈ। ਕਿਸੇ ਦੇ ਮਨ ਦੀ ਅਵਸਥਾ ਕੀ ਹੈ, ਕਿਸੇ ਦੇ ਮਨ ਦੀ ਅਵਸਥਾ ਕੀ ਹੈ, ਅਸੀਂ ਸਾਰਾ ਹੀ ਜਾਣਦੇ ਹਾਂ। ਇਸੇ ਕਰਕੇ ਉਹ ਜਗ੍ਹਾ ਜਗ੍ਹਾ 'ਤੇ ਜਾ ਕੇ ਮਹਾਤਮਾ ਜਿੱਥੇ ਜਿੱਥੇ ਬੰਦਗੀਵਾਨ ਬੈਠੇ ਸਨ, ਉਹਨਾਂ ਨੂੰ ਜਾ ਜਾ ਕੇ ਮਿਲਦੇ ਸਨ। ਇੱਥੋਂ ਤਕਰੀਬਨ 10 ਕਿਲੋਮੀਟਰ 'ਤੇ ਸੰਤ ਬਾਬਾ ਹੀਰਾ ਸਿੰਘ ਜੀ ਬਿਹਾੜੇ ਵਾਲੇ, ਉਹਨਾਂ ਨੂੰ ਜਾ ਕੇ ਉੱਥੇ ਮਿਲੇ। ਔਰ ਭੋਰੇ ਨਾਲ ਜਾ ਕੇ ਜਦੋਂ ਕਹਿੰਦੇ ਸੀ ਅਸੀਂ ਕੰਨ ਲਾਇਆ ਤੇ ਜਪਜੀ ਸਾਹਿਬ ਦੀ ਆਵਾਜ਼ ਭੋਰੇ ਦੀਆਂ ਇੱਟਾਂ ਵਿੱਚੋਂ ਵੀ ਆਉਂਦੀ ਸੀ। ਜਿੱਥੇ ਜਿੱਥੇ ਕੋਈ ਮਹਾਤਮਾ ਬੈਠਾ ਸੀ, ਉੱਥੇ ਉੱਥੇ ਜਾ ਕੇ ਉਹਨਾਂ ਨੂੰ ਮਿਲੇ ਜਿਨ੍ਹਾਂ ਦੀ ਅਵਸਥਾ ਸੀ। ਇਹ ਸਾਧੂ ਦੀ ਸੰਗਤ ਦਾ ਫਲ ਹੈ। ਸਾਧੂ ਦੀ ਸੰਗਤ ਤੋਂ ਬਿਨਾਂ ਪ੍ਰਭੂ ਦੇ ਰਸਤੇ 'ਤੇ ਤੁਰਨਾ ਬੜੀ ਮੁਸ਼ਕਲ ਗੱਲ ਹੈ। ਜਿਹੜੇ ਤੁਰੇ ਹੋਏ ਆ, ਉਹਨਾਂ ਦੀ ਸੰਗਤ ਤੋਂ ਬਿਨਾਂ ਮਨੁੱਖ ਤੁਰ ਨਹੀਂ ਸਕਦਾ। ਹਰ ਰੋਜ਼ ਗੁਰਸਿੱਖ ਅਰਦਾਸ ਕਰਦੇ ਆ, ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਸਾਹਿਬ ਆਵੇ ਚਿੱਤ ਤੇਰੀਆਂ ਭਗਤਾਂ ਡਿਠਿਆਂ, ਤੇਰਿਆਂ ਪਿਆਰਿਆਂ ਨੂੰ ਮਿਲੀਏ, ਤੇਰੇ ਪਿਆਰਿਆਂ ਦੇ ਦਰਸ਼ਨ ਕਰੀਏ, ਪਰਮੇਸ਼ਰ ਚੇਤੇ ਆ ਜਾਂਦਾ। ਮਨ ਦੀ ਅਵਸਥਾ ਬਦਲ ਜਾਂਦੀ ਆ। ਜਿਹੜੇ ਵੱਡੇ ਵੱਡੇ ਬੰਦਗੀਵਾਨ ਪੁਰਖ ਹੈ, ਉਹਨਾਂ ਦੀ ਸੰਗਤ ਵਿੱਚ ਜਾ ਕੇ ਮਨ ਦੀ ਅਵਸਥਾ ਬਦਲ ਜਾਂਦੀ ਆ। ਮਨ ਦੀ ਅਵਸਥਾ, ਮਨ ਫਿਰ ਇੱਛਾ ਭਾਵੇਂ ਮਨੁੱਖ ਮਿਹਨਤ ਕਰ ਸਕੇ ਜਾਂ ਨਾ ਕਰ ਸਕੇ, ਉਹਦੀ ਮਨ ਦੀ ਭਾਵਨਾ ਬਣ ਜਾਂਦੀ ਹੈ ਕਿ ਮੈਂ ਵੀ ਪ੍ਰਭੂ ਦਾ ਨਾਮ ਸਿਮਰਨ ਕਰਿਆ ਕਰਾਂ। ਉਹਦੇ ਕਰਮਾਂ ਮੁਤਾਬਕ ਭਾਵੇਂ ਉਹ ਉੱਥੇ ਤੱਕ ਨਹੀਂ ਪਹੁੰਚਦਾ ਜਾਂ ਉਸ ਅਵਸਥਾ 'ਤੇ ਨਹੀਂ, ਪਰ ਇੱਕ ਵਾਰ ਉਹਦੇ ਪਾਪ ਕਰਮ ਕੱਟੇ ਜਾਂਦੇ ਆ। ਇਹ ਇੱਕ ਨਿਸ਼ਾਨੀ ਹੈ। ਜਦੋਂ ਪਰਮੇਸ਼ਰ ਦੇ ਪਿਆਰਿਆਂ ਕੋਲ ਜਾ ਕੇ ਨਾਮ ਚੇਤੇ ਆਉਣ ਲੱਗ ਜਾਵੇ, ਸਮਝ ਲਓ ਪਾਪ ਕੱਟੇ ਗਏ। ਪਹਿਲਾਂ ਨਹੀਂ ਸੀ ਆਉਂਦਾ, ਉਹ ਪਹਿਲਾਂ ਨਾਮ ਚੇਤੇ ਨਹੀਂ ਸੀ ਆਉਂਦਾ, ਉਹਨਾਂ ਦੇ ਕੋਲ ਜਾ ਕੇ ਚੇਤੇ ਆਇਆ। ਤਾਂ ਰੱਬ ਦੇ ਪਿਆਰਿਆਂ ਨੂੰ ਦੇਖ ਕੇ ਹੀ ਪ੍ਰਭੂ ਚੇਤੇ ਆ ਜਾਂਦਾ। ਜਦੋਂ ਉਹਨਾਂ ਦੀ ਸੰਗਤ ਕਰੋਗੇ, ਭੇਟਤ ਜਪੀਏ ਨਾਮ, ਉਹਨਾਂ ਨਾਲ ਬਚਨ ਬਿਲਾਸ ਕਰੋਗੇ ਤਾਂ ਪਰਮੇਸ਼ਰ ਦਾ ਨਾਮ ਜਪਣ ਦੀ ਅਵਸਥਾ ਤੁਹਾਨੂੰ ਮਿਲ ਜੂਗੀ, ਰਸਤਾ ਮਿਲ ਜੂਗਾ। ਜਿਸ ਤਰ੍ਹਾਂ ਕੋਈ ਮਨੁੱਖ ਪੈਦਲ ਤੁਰਿਆ ਜਾਂਦਾ, ਉਹ ਬਹੁਤੀ ਬਾਟ ਨਹੀਂ ਕੱਢ ਸਕਦਾ। ਜਦੋਂ ਕੋਈ ਉਹਦੇ ਕੋਲ ਗੱਡੀ ਵਾਲਾ ਆ ਜਾਂਦਾ, ਉਹ ਕਹਿੰਦਾ ਬਹਿ ਜਾ, ਮੈਂ ਤੈਨੂੰ ਉੱਥੇ ਲਾ ਦਿੰਦਾ। ਉਹਦੀ ਸਹਾਇਤਾ ਨਾਲ ਮਨੁੱਖ ਕਈ ਮੰਜ਼ਿਲ ਤੈਅ ਕਰ ਜਾਂਦਾ। ਇਸੇ ਤਰ੍ਹਾਂ ਰੱਬ ਦੇ ਮਿਲਣ ਦਾ ਰਸਤਾ ਹੈ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਦਾ ਫਲ ਹੈ। ਦਰਸ਼ਨ ਕਰਦਿਆਂ ਮਨ ਪਵਿੱਤਰ ਹੋ ਜਾਣਾ। ਇੱਧਰ ਬਾਣੀ ਪੜ੍ਹ ਕੇ ਵੀ ਪਵਿੱਤਰ ਨਹੀਂ ਹੁੰਦਾ। ਮਨੁੱਖ ਦੀ ਬਾਣੀ ਮਨ ਲੱਗੂਗਾ ਤੇ ਪਵਿੱਤਰ ਹੋਊਗਾ। ਜਿੰਨਾ ਚਿਰ ਇਕਾਗਰਚਿਤ ਨਹੀਂ ਹੁੰਦਾ, ਮਨ ਪਵਿੱਤਰ ਨਹੀਂ ਹੁੰਦਾ। ਜਦੋਂ ਬਾਣੀ ਪੜ੍ਹਦਿਆਂ ਮਨ ਇੱਧਰ ਉੱਧਰ ਦੌੜਿਆ ਫਿਰਦਾ ਤੇ ਮਨ ਦੀ ਪਵਿੱਤਰਤਾ ਹੀ ਉਨੀ ਹੁੰਦੀ ਨਹੀਂ ਆ ਜਿੰਨੀ ਸਾਧੂ ਦੇ ਦਰਸ਼ਨ ਕਰਦਿਆਂ ਮਨ ਦੀ ਪਵਿੱਤਰਤਾ ਹੀ ਹੋ ਜਾਂਦੀ ਆ। ਕਿਉਂਕਿ ਇਕਾਗਰਚਿਤ ਹੋ ਕੇ ਪ੍ਰਭੂ ਦਾ ਨਾਮ ਲਿਆ ਹੋਇਆ ਹੀ ਪ੍ਰਵਾਨ ਹੈ। ਸੁਲਤਾਨਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੌਲਤ ਖਾਂ ਦੇ ਨਾਲ ਨਮਾਜ਼ ਪੜ੍ਹਨ ਗਏ ਤੇ ਉੱਥੇ ਉਹਨਾਂ ਦੇ ਹਿਰਦਿਆਂ ਦੀ ਜਾਣਦੇ ਸੀ, ਹਿਰਦਿਆਂ ਦੀ ਗੱਲ ਕੱਢ ਕੇ ਬਾਹਰ ਰੱਖ ਦਿੱਤੀ। ਦੌਲਤ ਖਾਂ ਨੂੰ ਕਿਹਾ, ਤੂੰ ਤਾਂ ਕਾਬਲ ਕੰਧਾਰ ਘੋੜੇ ਖਰੀਦਣ ਗਿਆ ਹੋਇਆ ਸੀ, ਤੂੰ ਤਾਂ ਇੱਥੇ ਹੀ ਹੈ ਨਹੀਂ ਸੀ। ਕਹਿੰਦਾ ਮੈਂ ਤਾਂ ਇੱਥੇ ਹੀ ਖੜਾ ਸੀ। ਕਹਿੰਦੇ ਤੂੰ ਇੱਥੇ ਨਹੀਂ ਸੀ, ਜਿਹਨੇ ਨਮਾਜ਼ ਪੜ੍ਹਨੀ ਸੀ ਉਹ ਇੱਥੇ ਹੈ ਨਹੀਂ ਸੀ, ਉਹ ਸੀਗਾ ਘੋੜੇ ਖਰੀਦਦਾ। ਜਦੋਂ ਗੁਟਕਾ ਫੜ ਕੇ ਮਨੁੱਖ ਖੇਤਾਂ 'ਚ ਫਿਰਦਾ ਤੇ ਗੁਟਕਾ ਇਹਦੇ ਸਰੀਰ ਦੇ ਹੱਥ ਵਿੱਚ ਹੈ, ਇਹਦੀ ਆਤਮਾ ਉੱਥੇ ਉੱਧਰ ਹੀ ਫਿਰਦੀ ਹੈ।
ਕਾਜੀ ਨੂੰ ਦੱਸ ਦਿੱਤਾ ਵੀ ਤੂੰ ਤਾਂ ਘਰ ਘੋੜੇ ਦਾ ਬਛੇਰਾ ਜਿਹੜਾ ਸੀ ਘੋੜੀ ਦਾ ਉਹਨੂੰ ਸਾਂਭਦਾ ਫਿਰਦਾ ਸੀ, ਖਾਤੇ ਵਿੱਚ ਨਾ ਡਿੱਗ ਜਾਵੇ। ਤੇਰਾ ਸਰੀਰ ਹੀ ਪੁੱਠਾ ਸਿੱਧਾ ਹੁੰਦਾ ਸੀ, ਤੇਰੀ ਇਕਾਗਰਤਾਈ ਨਹੀਂ ਸੀ। ਇਕਾਗਰਤਾਈ ਨਾਲ ਹੀ ਨਾਮ ਜਪਿਆ ਹੋਇਆ ਫਲ ਮਨੁੱਖ ਨੂੰ ਫਲੀਭੂਤ ਹੁੰਦਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਪਵਿੱਤਰ ਵਚਨ ਕੀਤਾ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨ ਇਕਾਗਰ ਚਿੱਤ ਹੋ ਕੇ ਪ੍ਰਭੂ ਨੂੰ ਚੇਤੇ ਕਰਨਾ, ਉਹਨੂੰ ਯਾਦ ਕਰਨਾ। ਇਹ ਅਵਸਥਾ ਸਾਧੂਆਂ ਤੋਂ ਮਿਲਦੀ ਹੈ। ਹਰ ਕਾ ਨਾਮ ਤੇ ਆਏ ਸੁਣ, ਸਭਨਾਂ ਨੂੰ ਕਰਦਾਨ। ਜਦੋਂ ਇੱਥੇ ਅਵਸਥਾ ਪਹੁੰਚਦੀ ਹੈ, ਜਨਮ ਕਰਮ ਮਲ ਉਤਰੇ, ਜਨਮਾਂ ਦੇ ਕਰਮਾਂ ਦੀ ਮਲ ਜਿਹੜੀ ਚੜ੍ਹੀ ਹੋਈ ਹੈ ਉਤਰਨ ਲੱਗ ਜਾਂਦੀ ਹੈ ਜਦੋਂ ਇਕਾਗਰ ਚਿੱਤ ਮਨੁੱਖ ਹੋ ਜਾਂਦਾ। ਕੋਈ ਇਕਾਗਰਤਾਈ ਨਾਲ ਭਜਨ ਸਿਮਰਨ ਕਰਕੇ ਦੇਖੋ, ਹੌਲੀ ਹੌਲੀ ਮਨ ਸੰਸਾਰ ਤੋਂ ਪਰੇ ਨੂੰ ਜਾਣ ਲੱਗ ਜਾਂਦਾ। ਹੌਲੀ ਹੌਲੀ ਸੰਸਾਰ ਤੋਂ ਉੱਤੇ ਉੱਠਦੀ ਅਵਸਥਾ ਜਦੋਂ ਉੱਤੇ ਉੱਠਦੀ ਹੈ ਤਾਂ ਮਨੁੱਖ, ਬਾਕੀ ਸਾਰੀਆਂ ਅਵਸਥਾ ਥੱਲੇ ਰਹਿ ਜਾਂਦੀਆਂ, ਉੱਥੇ ਉੱਚਾ ਉੱਠਣ ਦੀ ਨਿਸ਼ਾਨੀ ਹੈ ਇਹ। ਜਦੋਂ ਮਨੁੱਖ ਇਕਾਗਰ ਹੁੰਦਾ ਹੈ, ਸੰਸਾਰ ਤੋਂ ਹੌਲੀ ਹੌਲੀ ਆਪਣੇ ਆਪ ਮੋਹ ਟੁੱਟਦਾ ਰਹਿੰਦਾ। ਜਿੱਦਾਂ ਇੱਕ ਪਾਸੇ ਨੂੰ ਬਾੜ ਤੈਅ ਕਰਨ ਲੱਗ ਜਾਈਏ, ਦੂਜਾ ਪਾਸਾ ਪਿੱਛੇ ਰਹਿ ਜਾਂਦਾ। ਜਦੋਂ ਧਾਰਮਿਕ ਪੱਖ ਵੱਲ ਨੂੰ ਤੁਰ ਲਈਏ ਤਾਂ ਸੰਸਾਰ ਪਿੱਛੇ ਰਹਿਣ ਲੱਗ ਜਾਂਦਾ। ਅਤੇ ਸੰਸਾਰ ਦੇ ਵਿੱਚ ਤਾਂ ਅਸੀਂ ਹੈ ਹੀ ਬੈਠੇ, ਇੱਥੇ ਤਾਂ ਇਹ ਤੋਂ ਪਰੇ ਕਿੱਥੇ ਨੂੰ ਜਾਣਾ। ਇਹ ਤੋਂ ਪਰੇ ਇੱਕ ਧਾਰਮਿਕ ਪੱਖ ਹੈ। ਧਾਰਮਿਕ ਪੱਖ ਨੂੰ ਜਦੋਂ ਤੁਰੋਂਗੇ ਤਾਂ ਜਿਹੜਾ ਸੰਸਾਰ ਹੈ ਆਪਣੇ ਆਪ ਹੀ ਪਿੱਛੇ ਰਹਿ ਜਾਊਗਾ। ਬਾਟ ਚੱਲਦੀ ਚਲੇ ਜਾਊਗੀ, ਤੁਰਦਿਆ ਚਲਿਆ ਜਾਊਗਾ। ਚਲਤੇ ਮਾਰਗ ਜੋਗਰੇ ਤਾਂ ਕੋ ਨਾਹੀ ਦੋਸ, ਕਹੋ ਕਬੀਰ ਬੈਠਾ ਰਹੇ ਤਾਂ ਸਿਰ ਕਰੜੇ ਕੋਸ। ਜਿਹੜਾ ਤੁਰਿਆ ਹੋਇਆ ਡਿੱਗ ਜਾਵੇ ਉਹ ਫਿਰ ਤੁਰ ਪਊਗਾ, ਜਿਹੜਾ ਤੁਰਿਆ ਹੀ ਨਹੀਂ ਉਹ ਤਾਂ ਬੈਠਾ ਹੀ ਹੈ। ਉਹ ਕਈ ਜਨਮ ਅਖੀਰ ਜੇ ਕੋਈ ਕਹੇ ਮੈਂ ਭਜਨ ਸਿਮਰਨ ਕਰਨਾ ਨਹੀਂ, ਛੁਟਕਾਰਾ ਹੋ ਜੂ। ਛੁਟਕਾਰਾ ਤਾਂ ਅਖੀਰ ਬ੍ਰਹਮ ਗਿਆਨ ਦੀ ਅਵਸਥਾ ਤੋਂ ਉਰੇ ਛੁਟਕਾਰਾ ਨਹੀਂ ਹੋਣਾ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਇਹਦੇ ਵਿੱਚ ਬ੍ਰਹਮ ਅਵਸਥਾ ਪਾ ਕੇ ਹੀ ਮਨੁੱਖ ਤਰ ਸਕਦਾ, ਨਹੀਂ ਤਾਂ ਤਰ ਨਹੀਂ ਸਕਦਾ। ਜਾਂ ਬ੍ਰਹਮ ਅਵਸਥਾ ਵਾਲਿਆ ਪੁਰਖਾਂ ਦੀ ਸੰਗਤ ਕਰੇ ਤਾਂ ਤਰ ਸਕਦਾ। ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਜਿਹੜਾ ਜਨਮਾਂ ਦਾ ਗੁਮਾਨ, ਮਨੁੱਖ ਦੀ ਹਉਮੈ ਦਾ ਰੋਗ ਪੁਰਾਣਾ ਤੁਰਿਆ ਆਉਂਦਾ, ਉਹ ਮਨੁੱਖ ਦੇ ਨਾਲ ਹੀ ਰਹਿੰਦਾ। ਉਹ ਪੁਰਾਣਾ ਰੋਗ ਜਨਮਾਂ ਦੇ ਵਿੱਚ, ਇਸ ਕਰਕੇ ਉਹ ਇੱਕ ਰੋਗ ਅੰਦਰ ਬੈਠਾ ਅਤੇ ਪ੍ਰਭੂ ਦਾ ਨਾਮ ਨਹੀਂ ਬਹਿੰਦਾ। ਇਹਨਾਂ ਦਾ ਵੀ ਤਿੱਖਾ ਵਿਰੋਧ ਹੈ, ਨਾਮ ਦਾ ਅਤੇ ਪ੍ਰਭੂ ਦੇ ਹਉਮੈ ਦਾ ਤਿੱਖਾ ਵਿਰੋਧ ਹੈ। ਦੋਏ ਇਕੱਠੇ ਨਹੀਂ ਬਹਿੰਦੇ। ਧੁੱਪ ਅਤੇ ਛਾਂ ਇਕੱਠੇ ਨਹੀਂ ਬਹਿੰਦੇ, ਗਰਮੀ ਸਰਦੀ ਇਕੱਠੇ ਨਹੀਂ ਬਹਿੰਦੇ। ਤਿੱਖਾ ਵਿਰੋਧ ਹੈ। ਜਦੋਂ ਇਕਾਗਰਤਾਈ ਹੋ ਗਈ, ਅੰਦਰ ਪ੍ਰਭੂ ਦਾ ਨਾਮ ਵੜ ਗਿਆ ਅਤੇ ਹਉਮੈ ਹੌਲੀ ਹੌਲੀ ਦੂਰ ਹੋਣ ਲੱਗ ਗਈ। ਮਸਕੀਨ ਜੀ ਕਥਾ ਕਰਦੇ ਦੱਸਦੇ ਆ, ਜਦੋਂ ਮਨੁੱਖ ਸਾਰੀ ਅਵਸਥਾ ਅਖੀਰ ਹੌਲੀ ਹੌਲੀ ਪੜ੍ਹਦਾ ਚਲੇ ਜਾਂਦਾ, ਅਖੀਰ ਇਸ ਗੱਲ 'ਤੇ ਪਹੁੰਚਦਾ ਵੀ ਮੈਂ ਕੁਛ ਵੀ ਨਹੀਂ ਪੜ੍ਹਿਆ। ਉਹਦੇ ਮਨ ਦੀ ਅਵਸਥਾ ਇੱਦਾਂ ਬਣ ਜਾਂਦੀ ਹੈ, ਹੋ ਸਵਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਮਨ ਕਰਕੇ ਨੀਵਾਂ ਹੋ ਜਾਣਾ, ਮੇਰੇ ਤੋਂ ਸਾਰੇ ਵੱਡੇ ਹੀ ਨੇ। ਇਹ ਅਵਸਥਾ ਬ੍ਰਹਮ ਗਿਆਨ ਦੀ ਹੈ। ਇਹ ਅਵਸਥਾ ਪ੍ਰਾਪਤ ਕਰਨ ਵਾਸਤੇ ਇਹ ਸਾਰਾ ਹੀ 12 ਮਹਾਂ ਜੀ ਦੀ ਪਵਿੱਤਰ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਸਿੱਖਾਂ ਵਾਸਤੇ ਉਚਾਰੀ ਹੈ। ਹੌਲੀ ਹੌਲੀ ਮੰਜ਼ਿਲ ਤੈਅ ਕਰਦਿਆਂ ਅਖੀਰ ਦੇ ਵਿੱਚ ਸਾਧੂ ਦੀ ਸੰਗਤ ਦੱਸੀ ਹੈ। ਸਾਧੂ ਦੀ ਸੰਗਤ ਅਖੀਰ ਵਿੱਚ ਸਾਧੂ ਨੇ ਹੀ, ਜਿਸ ਤਰ੍ਹਾਂ ਅਵੈਸੀ ਦੇ ਵਿੱਚ ਚਲੇ ਜਾਓ, ਜਿਹਨੂੰ ਵੀਜ਼ਾ ਮਿਲ ਜਾਂਦਾ ਉਹੀ ਜਾ ਕੇ ਦੂਜੇ ਮੁਲਕ ਵਿੱਚ ਪ੍ਰਵੇਸ਼ ਕਰਦਾ ਨਹੀਂ ਹੈ। ਇੱਥੋਂ ਵੀ ਜਿਨ੍ਹਾਂ ਨੂੰ ਪ੍ਰਲੋਕ ਦਾ ਵੀਜ਼ਾ ਮਿਲਦਾ ਹੈ, ਜਿਨ ਮਹਾਤਮਾ ਲੋਕ ਉਹਨੂੰ ਪਾਸ ਕਰਕੇ ਮੋਹਰ ਲਾ ਦਿੰਦੇ ਆ, ਉਹ ਸਿੱਧਾ ਪ੍ਰਲੋਕ ਵਿੱਚ ਪ੍ਰਭੂ ਦੇ ਘਰ ਵਿੱਚ ਚਲੇ ਜਾਂਦਾ। ਉਹਨੂੰ ਕੋਈ ਰੋਕ ਟੋਕ ਨਹੀਂ ਹੁੰਦੀ। ਰੇਰੇ ਦਰਗਹਿ ਕਹੇ ਨਾ ਕਹੂ, ਆਓ ਬੈਠਾ ਦਰ ਸ਼ੁਭ ਦਿਓ। ਉੱਥੇ ਸਾਰੇ ਸਤਿਕਾਰ ਦੇਣਗੇ। ਧਰਮ ਰਾਜਾ ਵੀ ਉਹਨਾਂ ਦਾ ਸਤਿਕਾਰ ਕਰੂਗਾ। ਸਾਧ ਸੰਗ ਧਰਮ ਰਾਏ ਕਰੇ ਸੇਵਾ। ਸਤਿਗੁਰੂ ਜੀ ਨੇ ਬੜੇ ਪਵਿੱਤਰ ਬਚਨ ਲਿਖੇ ਆ। ਧਰਮ ਨਾਮ ਜਨਮ ਪਦਾਰਥ ਜੀਤ, ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪਨੀਤ। ਧਰਮ ਰਾਜਾ ਵੀ ਉਹਨਾਂ ਨੂੰ ਨਮਸਕਾਰਾਂ ਕਰਦਾ ਹੈ। ਮਹਾਰਾਜ ਸਾਡੇ ਭਵਨ ਪਵਿੱਤਰ ਕਰ ਦਿੱਤੇ। ਉਸ ਅਵਸਥਾ 'ਤੇ ਪਹੁੰਚ ਕੇ ਮਨੁੱਖ ਨੂੰ ਫਿਰ ਕਿਹੜੀ ਅਵਸਥਾ ਮਿਲਦੀ ਹੈ? ਸਾਧੂ ਦੀ ਸੰਗਤ ਵਿੱਚ ਜਾ ਕੇ। ਉਹ ਸਤਿਗੁਰੂ ਜੀ ਨੇ ਆਖਰੀ ਮਹੀਨੇ ਵਿੱਚ, ਇਹ ਮਹੀਨੇ ਦਾ ਆਖਰੀ ਸਿੱਖ ਕੌਮ ਦੇ ਅੰਦਰ ਗੁਰਮਤਿ ਦੇ ਅਨੁਸਾਰ, ਇਹ ਸਾਡੇ ਜਿਹੜੇ ਚੇਤ ਵਿਸਾਖ ਹਿੰਦੁਸਤਾਨ ਵਿੱਚ ਚੱਲਦੇ ਸਨ, ਉਹਦੇ ਤੋਂ ਬਾਅਦ ਅੰਗਰੇਜ਼ਾਂ ਨੇ ਆ ਕੇ ਜਨਵਰੀ ਫਰਵਰੀ ਸ਼ੁਰੂ ਕੀਤੀ ਆ। ਸਾਡੇ ਹਿੰਦੁਸਤਾਨ ਦੇ ਵਿੱਚ ਚੇਤ ਵਿਸਾਖ ਪੁਰਾਤਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗੁਰਮੁਖਾਂ ਦੀ ਗੁਰਮਤਿ ਜਿਹੜੀ ਹੈ,
एक तो चेत विसाख है, दूजा बिक्रमी संमत गुरु गोबिंद सिंह साहब जी ने भी मन्निया, गुरु नानक साहब जी ने भी मन्निया। भावें उस वेले ईसवी सन 1469 सी जदों गुरु नानक साहब जी ने जन्म लिया, तो ईसवी सन भावें ईसा ईसाइयां दा चलदा सी, पर इत्थे हिंदुस्तान विच बिक्रमी संमत चलदा सी। बिक्रमाजीत ने राज कीता सी। ਉਹੀ ਬਿਕਰਮੀ ਸੰਮਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਮੰਨਿਆ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਉਹਦੇ ਅਨੁਸਾਰ ਇਹ ਆਖਰੀ ਮਹੀਨਾ ਹੈ। ਇਸ ਮਹੀਨੇ ਵਿੱਚ ਹੋਲੇ ਮਹੱਲੇ ਦਾ ਤਿਉਹਾਰ ਵੀ ਆ ਰਿਹਾ ਹੈ। ਕਈ ਵਾਰੀ ਅੱਗੇ ਹੋ ਜਾਂਦਾ, ਕਈ ਵਾਰੀ 15 ਦਿਨ ਪਿੱਛੇ ਹੋ ਜਾਂਦਾ, ਕਈ ਵਾਰੀ 15 ਦਿਨ ਅੱਗੇ ਹੋ ਜਾਂਦਾ। ਇਸ ਮਹੀਨੇ ਵਿੱਚ ਗਿਆਨ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਗੁਰਸਿੱਖਾਂ ਵਾਸਤੇ। ਫਲਗੁਣ ਆਨੰਦ ਅਪਾਰ ਜਾਣਾ, ਉਹ ਗੁਣਾਂ ਦਾ ਜਿਹੜੇ ਗੁਣ ਮਨੁੱਖ ਨੇ ਜੀਵਨ ਯਾਤਰਾ ਕਰਦਿਆਂ ਗੁਣਾਂ ਨੂੰ ਗ੍ਰਹਿਣ ਕੀਤਾ ਸੀ, ਉਹਨਾਂ ਗੁਣਾਂ ਦਾ ਜਿਹੜਾ ਫਲ ਮਿਲਣਾ ਹੈ ਆਖਰੀ ਮਹੀਨੇ ਵਿੱਚ, ਇਹ ਫਲ ਪ੍ਰਾਪਤ ਹੋਇਆ ਹੈ। ਜਿਸ ਤਰ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਹੈ, ਸ਼ੇਖ ਫਰੀਦ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਫਰੀਦਾ, ਜਿਨੀ ਕਮੀ ਨਾਹੀ ਗੁਣ ਤੇ ਕਮੜੇ ਪਸਾਰ, ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ। ਜਿਨ੍ਹਾਂ ਕੰਮਾਂ ਵਿੱਚ ਗੁਣ ਨਹੀਂ ਸੀ ਕੋਈ, ਉਹਨਾਂ ਕੰਮਾਂ ਨੂੰ ਛੱਡ ਦੇ। ਜਿਨ੍ਹਾਂ ਵਿੱਚ ਕੋਈ ਨਾ ਕੋਈ ਗੁਣ ਹੈ, ਧਾਰਮਿਕ ਪੱਖ ਹੈ, ਮਨੁੱਖ ਸੇਵਾ ਕਰਦਾ ਹੈ ਧਾਰਮਿਕ ਪੱਖ ਵਿੱਚ, ਜਾਂ ਕੋਈ ਮਨੁੱਖ ਖੇਤੀ ਕਰਦਾ ਹੈ ਧਾਰਮਿਕ ਪੱਖ ਵਿੱਚ ਜਾ ਕੇ ਗੁਰੂ ਘਰ ਵਿੱਚ ਕੁਛ ਨਾ ਕੁਛ ਗੁਰੂ ਦੇ ਅੱਗੇ ਵੀ ਅਰਪਣ ਕਰਦਾ ਹੈ, ਉਹ ਵੀ ਸੇਵਾ ਦਾ ਪੱਖ ਬਣ ਜਾਂਦਾ ਹੈ, ਉਹ ਵੀ ਇੱਕ ਗੁਣ ਹੈ। ਕਈ ਆਮ ਸੰਸਾਰੀ ਲੋਕਾਂ ਨੇ ਮਾਲ ਪਸ਼ੂ ਡੰਗਰ ਰੱਖੇ ਨੇ, ਉਹਨਾਂ ਦਾ ਦੁੱਧ ਲਿਆ ਕੇ ਸੰਗਤ ਨੂੰ ਪਿਲਾਉਂਦੇ ਆ, ਸੰਗਤ ਦੀ ਸੇਵਾ ਕਰਦੇ, ਉਹ ਵੀ ਇੱਕ ਗੁਣ ਹੈ ਵੱਡਾ। ਸੰਗਤ ਦੀ ਸੇਵਾ ਕਰਨੀ ਹੈ ਗੁਣ ਹੈ। ਇਹਨਾਂ ਗੁਣਾਂ ਦੀ ਬਹੁਤਾਤ ਜਦੋਂ ਹੋ ਜਾਂਦੀ ਹੈ, ਉਹਨਾਂ ਦਾ ਫਿਰ ਫਲ ਜਦੋਂ ਪ੍ਰਾਪਤ ਹੁੰਦਾ ਹੈ, ਮਨੁੱਖ ਦੇ ਅੰਦਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਕਹਿੰਦੇ ਆ ਜਦੋਂ ਕਿਸੇ ਨੂੰ ਕਿਸੇ ਵਸਤੂ ਦੀ ਇੱਛਾ ਨਾ ਰਹੇ। ਕੋਈ ਪ੍ਰਸ਼ਾਦਾ ਰੱਜ ਕੇ ਛਕ ਲਵੇ, ਉਹਨੂੰ ਕਹੇ ਹੋਰ ਪ੍ਰਸ਼ਾਦਾ ਲੈ ਲਾ, ਉਹ ਕਹਿੰਦਾ ਜੀ ਆਨੰਦ ਹੈ। ਜਦੋਂ ਮਨੁੱਖ ਨੇ ਕੋਈ ਪਾਣੀ ਪੀਣਾ ਹੋਵੇ, ਰੱਜ ਜਾਵੇ, ਉਹ ਕਹਿੰਦੇ ਹੋਰ ਲੈ ਲਓ, ਕਹਿੰਦੇ ਜੀ ਆਨੰਦ ਹੈ। ਇਸੇ ਤਰ੍ਹਾਂ ਆਨੰਦ ਉਸ ਗੱਲ ਨੂੰ ਕਹਿੰਦੇ ਆ ਜਦੋਂ ਬਾਕੀ ਕਿਸੇ ਵਸਤੂ ਦੀ ਇੱਛਾ ਹੀ ਨਾ ਰਹੇ, ਆਨੰਦ ਹੋ ਗਿਆ। ਜਦੋਂ ਇਸ ਅਵਸਥਾ 'ਤੇ ਮਨੁੱਖ ਆਖਰੀ ਅਵਸਥਾ 'ਤੇ ਸਾਧੂ ਦੀ ਸੰਗਤ ਮਿਲੀ, ਸਾਧੂ ਦੀ ਸੰਗਤ ਤੋਂ ਜੋ ਪ੍ਰਾਪਤ ਹੋਇਆ, ਉਹਨਾਂ ਗੁਣਾਂ ਨੂੰ ਗ੍ਰਹਿਣ ਕਰਕੇ ਜਦੋਂ ਉਹਨਾਂ ਗੁਣਾਂ ਦਾ ਫਲ ਪ੍ਰਾਪਤ ਹੋਇਆ, ਫਿਰ ਮਨੁੱਖ ਨੂੰ ਆਨੰਦ ਹੋਇਆ। ਕੋਈ ਮਨ ਦੇ ਵਿੱਚ ਚਿੰਤਾ ਨਹੀਂ, ਕੋਈ। ਸਤਿਗੁਰੂ ਜੀ ਨੇ ਪਵਿੱਤਰ ਵਚਨ ਲਿਖੇ ਆ, ਹੋਏ ਅਚਿੰਤ ਵਸੇ ਸੁਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ। ਚਿੰਤਾ ਤਾਂ ਦੂਰ ਹੁੰਦੀ ਹੈ, ਪਰਮੇਸ਼ਰ ਦਾ ਨਾਮ ਸਾਸ ਗਰਾਸ ਸਿਮਰਨ ਲੱਗ ਜਾਵੇ ਤਾਂ ਮਨੁੱਖ ਸੁਖੀ ਵਸਣ ਲੱਗ ਜਾਂਦਾ। ਇਹ ਅਵਸਥਾ ਉਹਨੂੰ ਤਾਂ ਹੀ ਪ੍ਰਾਪਤ ਹੋਈ ਹੈ ਜਦੋਂ ਸਾਸ ਗਰਾਸ ਪਰਮੇਸ਼ਰ ਦਾ ਨਾਮ ਉਹਦੇ ਅੰਦਰ ਆ ਗਿਆ। ਉਹਦੇ ਅੰਦਰ ਆਇਆ ਅਤੇ ਚਿੰਤਾ ਖਤਮ ਹੋ ਗਈ, ਮਨੁੱਖ ਆਨੰਦਿਤ ਹੋ ਗਿਆ। ਫਲਗੁਣ ਆਨੰਦ ਅਪਾਰ ਜਨਾ, ਜਿਹੜਾ ਫਲ ਉਹ ਆਨੰਦ ਪੈਦਾ ਹੋਇਆ, ਹਰ ਸੱਜਣ ਪ੍ਰਗਟੇ ਆਏ। ਜਿਹਨੂੰ ਲੱਭਦੇ ਸੀ, ਜਿਹੜਾ ਦਿਸਦਾ ਨਹੀਂ ਸੀ, ਉਹ ਸਾਹਮਣੇ ਪ੍ਰਗਟ ਹੋ ਗਿਆ। ਭਾਵੇਂ ਉਹਦਾ ਰੂਪ ਰੇਖ ਰੰਗ ਕੋਈ ਨਹੀਂ ਹੈ, ਹਵਾ ਦਿਸਦੀ ਨਹੀਂ ਹੈ, ਸਰੀਰ ਨੂੰ ਸਪਰਸ਼ ਕਰਦੀ ਹੈ, ਪਤਾ ਲੱਗਦਾ ਮਨੁੱਖ ਨੂੰ ਠੰਡੀ ਹਵਾ ਇੱਕ ਗਰਮ ਹੈ। ਇਹ ਤਾਂ ਕੋਈ ਕਹਿ ਨਹੀਂ ਸਕਦਾ ਹਵਾ ਦਿਸਦੀ ਨਹੀਂ ਅਤੇ ਹਵਾ ਹੈ ਹੀ ਨਹੀਂ। ਇਹ ਵੀ ਨਹੀਂ ਕੋਈ ਕਹਿ ਸਕਦਾ ਕਿ ਗਰਮੀ ਸਰਦੀ ਦਿਸਦੀ ਨਹੀਂ ਹੈ। ਉਹ ਸਰੀਰ ਨੂੰ ਸਪਰਸ਼ ਕਰਦੀ ਹੈ, ਸਰੀਰ ਅਨੁਭਵ ਕਰਦਾ ਕਿ ਗਰਮੀ ਹੈ ਸਰਦੀ ਹੈ। ਇਸੇ ਤਰ੍ਹਾਂ ਇਹ ਵੀ ਪ੍ਰਭੂ ਦੀ ਸ਼ਕਤੀ ਹੈ, ਸਰੀਰ ਅਨੁਭਵ ਕਰਦਾ। ਜਿਨ੍ਹਾਂ ਨੂੰ ਆਨੰਦ ਹੋ ਜਾਂਦਾ ਹੈ, ਆਨੰਦ ਉਹੀ ਜਾਣਦੇ ਆ। ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜਦੋਂ ਗੁੰਗਾ ਗੁੜ ਖਾ ਕੇ ਉਹਨੂੰ ਪੁੱਛੋ ਵੀ ਕਿੱਦਾਂ ਦਾ ਸਵਾਦ ਹੈ, ਨੱਚਦਾ ਟੱਪਦਾ ਨਜ਼ਰ ਹੀ ਪਊਗਾ, ਦੱਸਣ ਵਿੱਚ ਨਹੀਂ ਹੈ। ਚਰਨ ਕਮਲ ਕੀ ਮੌਜ ਰਹੋ ਅੰਤ ਅਰਾਧ। ਚਰਨ ਕਮਲ ਕੀ, ਸਤਿਗੁਰੂ ਜੀ ਕਹਿੰਦੇ ਕਹੋ ਕੈਸੇ ਅਨੁਮਾਨ ਦੇ, ਕਹਿੰਦੇ ਉਹ ਦੇਖਿਆ ਹੀ ਪ੍ਰਵਾਨ ਹੋ ਸਕਦਾ। ਕਹੋ ਕੈਸੇ ਅਨੁਮਾਨ, ਉਹਨੂੰ ਪ੍ਰਵਾਨ ਜਿਹੜਾ ਮਨੁੱਖ ਉਹਨੂੰ ਪ੍ਰਾਪਤ ਕਰਦਾ ਹੈ, ਮਨੁੱਖ ਨੂੰ ਅੰਦਰ ਅਨੁਭਵ ਹੁੰਦਾ ਹੈ, ਫਿਰ ਉਸ ਨੂੰ ਪਤਾ ਹੁੰਦਾ ਹੈ ਅਤੇ ਉਹਨੂੰ ਉਸ ਦੀ ਪ੍ਰਾਪਤੀ ਹੁੰਦੀ ਸਿਰਫ ਅੰਦਰੋਂ ਹੀ ਪ੍ਰਾਪਤੀ ਹੈ, ਦੂਜੇ ਨੂੰ ਦੱਸ ਨਹੀਂ ਸਕਦਾ। ਇਹ ਕੁਛ ਹੈ ਆਨੰਦ ਅਪਾਰ ਜਨਾ। ਜਦੋਂ ਆਨੰਦ ਅੰਦਰ ਪੈਦਾ ਹੋ ਗਿਆ, ਮਨੁੱਖ ਦੇ ਸੱਜਣ ਪ੍ਰਗਟੇ ਆਏ। ਸਾਹਮਣੇ ਜਿਹੜਾ ਸੱਜਣ ਦਿਸਦਾ ਨਹੀਂ ਸੀ, ਪਰਮੇਸ਼ਰ ਦਿਸਦਾ ਨਹੀਂ ਸੀ ਤਾਂ ਵਿਆਪਕ, ਸਰਬ ਵਿਆਪਕ ਸੀ, ਹਰ ਇੱਕ ਦੇ ਨਾਲ ਹੀ ਹੈ, ਹੁਣ ਵੀ ਨਾਲ ਹੀ ਹੈ।
ਦਿਸਦਾ ਨਹੀਂ ਹੈ। ਜਦੋਂ ਅੱਖਾਂ ਦੇ ਅੱਗੇ ਮੋਤੀਆਬਿੰਦ ਦੀ ਤਹਿ ਆ ਜਾਵੇ, ਕੁਛ ਵੀ ਨਹੀਂ ਸਾਹਮਣੇ ਦਿਸਦਾ, ਭਾਵੇਂ ਕੋਲੇ ਹੀ ਹੋਵੇ। ਜਦੋਂ ਉਹਦੀਆਂ ਅੱਖਾਂ ਦਾ ਆਪਰੇਸ਼ਨ ਹੋ ਜਾਵੇ ਤਾਂ ਅੱਖਾਂ 'ਚ ਚੰਗਾ ਸਿਆਣਾ ਡਾਕਟਰ ਆਪਰੇਸ਼ਨ ਕਰ ਦੇਵੇ ਤਾਂ ਕਹਿੰਦੇ ਉਹਨੂੰ ਸਾਰਾ ਸੰਸਾਰ ਦਿਸਣ ਲੱਗ ਜਾਂਦਾ। ਅੱਖਾਂ ਦਾ ਆਪਰੇਸ਼ਨ ਉਹੀ ਮਨੁੱਖ ਕਰ ਸਕਦਾ ਜਿਹਦੀਆਂ ਆਪਣੀਆਂ ਅੱਖਾਂ ਸਹੀ ਹੁੰਦੀਆਂ, ਉਹਦਾ ਦਿਮਾਗ ਸਹੀ ਹੁੰਦਾ, ਉਹਦੇ ਹੱਥ ਸਹੀ ਹੁੰਦੇ ਆ। ਉਹੀ ਆਪਰੇਸ਼ਨ ਦੂਜੇ ਦਾ ਕਰ ਸਕਦਾ। ਜਿਹਦੀਆਂ ਆਪਣੀਆਂ ਅੱਖਾਂ 'ਚ ਮੈਲ ਹੈ, ਦੂਜੇ ਦੀ ਮੈਲ ਦੂਰ ਨਹੀਂ ਕਰ ਸਕਦਾ। ਜਿਹਦੇ ਆਪਣੇ ਹਿਰਦੇ 'ਤੇ ਮੈਲ ਹੈ, ਦੂਜੇ ਦੀ ਮੈਲ ਦੂਰ ਨਹੀਂ ਕਰ ਸਕਦਾ। ਹਰ ਸੱਜਣ ਪ੍ਰਗਟੇ ਆਇਓ, ਪਰਮੇਸ਼ਰ ਭਾਵੇਂ ਦਿਸਦਾ ਨਹੀਂ ਸੀ, ਪਰ ਸਤਿਗੁਰੂ ਜੀ ਨੇ ਕਿਹਾ ਹੈ ਵੀ ਉਹ। ਜੇ ਕੋਈ ਕਹੇ ਪਰਮੇਸ਼ਰ ਦਾ ਸਰੂਪ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਸਰੂਪ ਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਤਾਂ ਮੰਨਦੇ ਆ ਬਹੁਤ ਸਾਰੇ, ਕਹਿੰਦੇ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਆ, ਪਰ ਉਹਨਾਂ ਦਾ ਬਚਨ ਮੰਨਣ ਨਾਲ ਗੁਰੂ ਗ੍ਰੰਥ ਸਾਹਿਬ ਜੀ ਆ। ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਪਵਿੱਤਰ ਵਚਨ ਸੁਖਮਨੀ ਸਾਹਿਬ ਵਿੱਚ ਲਿਖਿਆ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਾਪੇਨ, ਤਿਸੇ ਬੁਝਾਏ ਨਾਨਕਾ ਜਿ ਸੋ ਹੋਵੈ ਸੋ ਪ੍ਰਸੰਨ। ਉਸ ਨੂੰ ਦਿਖਾਲਦਾ ਜਿਹਦੇ 'ਤੇ ਪ੍ਰਸੰਨ ਹੋ ਜਾਵੇ, ਜਿਹਦੇ 'ਤੇ ਖੁਸ਼ ਹੋ ਜਾਵੇ। ਅਤੇ ਰੂਪ ਕੀ ਹੈ? ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਰਮੇਸ਼ਰ ਦਾ ਰੂਪ ਦੱਸਿਆ ਹੈ। ਇਹ ਰੂਪ ਪਰਮੇਸ਼ਰ ਦਾ ਹੈ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਭਾਈ ਜਿਹੜਾ ਦਿਨ ਰਾਤ ਪਰਮੇਸ਼ਰ ਦਾ ਭਜਨ ਕਰਦਾ ਉਹਨੂੰ ਪਰਮੇਸ਼ਰ ਦਾ ਸਰੂਪ ਜਾਣ ਲਓ। ਕਹਿੰਦੇ ਮਹਾਰਾਜ ਨਿਸ਼ਾਨੀ ਕੀ ਹੈ ਉਹਦੀ? ਤੇ ਮਹਾਰਾਜ ਇਹ ਹੁਣ ਕਿਸੇ ਨੇ ਤਾਂ ਦੱਸਣਾ ਨਹੀਂ ਮੈਂ ਦਿਨ ਰਾਤ ਪਰਮੇਸ਼ਰ ਦਾ ਭਜਨ ਕਰਦਾ। ਜਿਹਦਾ ਚਿੱਤ ਜੁੜ ਜਾਂਦਾ ਉਹ ਦੱਸਦਾ ਨਹੀਂ ਹੈ ਕਿਸੇ ਨੂੰ। ਕਹਿੰਦੇ ਪਤਾ ਕਿੱਦਾਂ ਲੱਗੂ? ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਦੀਆਂ ਨਿਸ਼ਾਨੀਆਂ ਦੇਖ ਲਿਓ, ਉਹਦੇ ਲੱਛਣ ਦੁਨੀਆ ਨਾਲੋਂ ਵੱਖਰੇ ਹੋਣੇ ਆ। ਉਹਦੇ ਜੋ ਕਰਮ ਕਰਦਾ ਹੈ ਜੀਵਨ ਦੇ ਵਿੱਚ, ਜੋ ਯਾਤਰਾ ਕਰਦਿਆਂ ਮਨੁੱਖ ਆਪਣਾ ਸੁਭਾਅ ਮੁਤਾਬਕ ਕਰਮ ਕਰਦਾ ਹੈ, ਤੁਹਾਨੂੰ ਉਹਨਾਂ ਕਰਮਾਂ ਤੋਂ ਪਤਾ ਚੱਲ ਜੂ। ਉਹ ਸੰਸਾਰੀ ਲੋਕਾਂ ਵਾਲੇ ਕਰਮ ਨਹੀਂ ਕਰਦਾ, ਸੰਸਾਰੀ ਲੋਕਾਂ ਤੋਂ ਵੱਖਰਾ ਹੈ। ਗੁਰਸਿੱਖਾਂ ਦੇ ਪੁੱਛਣ 'ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੇ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਰਾਸਾ, ਕਾਮ ਕ੍ਰੋਧ ਜੈ ਪਰਸੇ ਨਾਹਿਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਪਾਣੀ ਦੇ ਵਿੱਚ ਪਾਣੀ ਪੈ ਜਾਵੇ ਫਿਰ ਉਹਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ। ਜਿਨ੍ਹਾਂ ਦੇ ਪਵਿੱਤਰ ਸਥਾਨ 'ਤੇ ਬੈਠੇ ਹੋ ਉਹਨਾਂ ਦੇ ਸੇਵਕ ਸਨ ਸੰਤ ਬਾਬਾ ਗੁਰਬਚਨ ਸਿੰਘ ਜੀ। ਇੱਥੇ ਉਹਨਾਂ ਨੂੰ ਘੋੜਿਆਂ ਵਾਲੇ ਕਹਿੰਦੇ ਸੀ ਅਤੇ ਉਹਨਾਂ ਦੇ ਉਸ ਇਲਾਕੇ ਵਿੱਚ ਉਹਨਾਂ ਨੂੰ ਡੰਡੇ ਵਾਲੇ ਸੱਦਦੇ ਆ। ਇੱਕ ਵਾਰ ਉਹਨਾਂ ਦੇ ਭਰਾ ਨੇ ਆ ਕੇ ਸੰਤ ਗੁਰਬਚਨ ਸਿੰਘ ਹੋਣਾ ਨੂੰ ਕਿਹਾ, ਗੁਰਬਚਨ ਸਿੰਘ ਆਪਣਾ ਵੱਡਾ ਭਰਾ ਬਹੁਤ ਬਿਮਾਰ ਹੈ, ਉਹਦੀ ਖਬਰ ਲੈ ਆ, ਆਖਰੀ ਸਾਹਾਂ 'ਤੇ ਹੀ ਆ। ਬਾਬਾ ਗੁਰਬਚਨ ਸਿੰਘ ਨੇ ਕਿਹਾ ਮੈਨੂੰ ਤਾਂ ਪਤਾ ਨਹੀਂ, ਸੰਤ ਮਹਾਰਾਜ ਤੋਂ ਆਗਿਆ ਲੈ ਲਾ। ਜਦੋਂ ਉਹਦਾ ਭਰਾ ਸੰਤ ਮਹਾਰਾਜ ਨੂੰ ਕਹਿਣ ਗਿਆ, ਮਹਾਰਾਜ ਭਰਾ ਸਾਡਾ ਇੱਕ ਵੱਡਾ ਆਖਰੀ ਸਮੇਂ 'ਤੇ ਆਖਰੀ ਸਾਹਾਂ 'ਤੇ ਆ, ਗੁਰਬਚਨ ਸਿੰਘ ਨੂੰ ਛੁੱਟੀ ਦੇ ਦਿਓ, ਜਾ ਕੇ ਉਹਨੂੰ ਮਿਲ ਲਵੇ, ਆਖਰੀ ਮੇਲਾ ਹੈ। ਮੋਹਰਿਓਂ ਸੰਤ ਮਹਾਰਾਜ ਕਹਿਣ ਲੱਗੇ ਗੁਰਬਚਨ ਸਿੰਘ ਨੂੰ ਕਹਿ ਦੇ ਜਾਂ ਸਾਡੇ ਨਾਲ ਮੇਲਾ ਰੱਖ ਲਵੇ ਜਾਂ ਭਰਾਵਾਂ ਨਾਲ ਮੇਲਾ ਰੱਖ ਲਵੇ। ਉਹਨੇ ਜਾ ਕੇ ਗੁਰਬਚਨ ਸਿੰਘ ਉਹਨਾਂ ਨੂੰ ਦੱਸਿਆ, ਕਹਿਣੇ ਵੀ ਗੁਰਬਚਨ ਸਿੰਘ ਹੁਣੀ ਗਏ ਨਹੀਂ, ਉਹਨਾਂ ਦਾ ਭਰਾ ਸਰੀਰ ਛੱਡ ਗਿਆ। ਪੂਰੇ ਸਾਲ ਬਾਅਦ, 1.5 ਸਾਲ ਬਾਅਦ ਐਸੇ ਹੀ ਛੰਨ ਵਿੱਚ ਬੈਠੇ ਸਨ ਮਹਾਂਪੁਰਸ਼। ਇੱਕ ਸੇਵਾਦਾਰ ਨੂੰ ਭੇਜਿਆ, 3 ਵਜੇ ਜਾ ਕੇ ਕਹਿੰਦੀ ਜਾ ਗੁਰਬਚਨ ਸਿੰਘ ਨੂੰ ਸੱਦ ਕੇ ਲਿਆ। ਇੱਕ ਬਾਬਾ ਗੁਰਬਚਨ ਸਿੰਘ ਨੇ ਆਪਣੇ ਮੂੰਹੋਂ ਬਚਨ ਸੁਣਾਇਆ। ਕਹਿਣ ਲੱਗੇ ਜਦੋਂ ਮੈਂ ਗਿਆ ਛੰਨ ਦੇ ਬਾਹਰ ਖੜਾ ਸੀ ਅਤੇ ਅੰਦਰ ਗੱਲਾਂ ਕਰਦੇ ਸੀ, ਪਤਾ ਨਹੀਂ ਗੱਲਾਂ ਕੀ ਕਰਦੇ ਸੀ, ਇੱਕ ਦੂਜੇ ਨਾਲ ਗੱਲਾਂ ਜਿੱਦਾਂ ਮਨੁੱਖ ਕਰਦੇ, ਮੈਨੂੰ ਬਾਹਰ ਕਹਿੰਦੇ ਗੱਲਾਂ ਸੁਣਦੀਆਂ ਸੀ। ਪਰ ਮੈਂ ਡਰਦਾ ਡਰਦਾ ਗਿਆ ਵੀ ਮੈਨੂੰ ਸੱਦਿਆ ਪਤਾ ਨਹੀਂ ਕਿਸ ਗੱਲ 'ਤੇ ਹੈ। ਜਦੋਂ ਕਹਿੰਦਾ ਮੈਂ ਅੰਦਰ ਆਵਾਜ਼ ਮਾਰ ਕੇ ਛੰਨ ਵਿੱਚ ਵੜਿਆ ਤਾਂ ਉੱਥੇ ਕੋਈ ਬੰਦਾ ਨਹੀਂ ਸੀ, ਇਕੱਲੇ ਹੀ ਬੈਠੇ ਸੀ। ਕਹਿੰਦੇ ਮੈਨੂੰ ਕਹਿਣ ਲੱਗੇ ਗੁਰਬਚਨ ਸਿਆਂ ਤੈਨੂੰ ਅਸੀਂ ਇੱਕ ਵਾਰ ਕਿਹਾ ਸੀ ਜਾਂ ਭਰਾਵਾਂ ਨਾਲ ਮੇਲਾ ਰੱਖ ਲਾ ਜਾਂ ਸਾਡੇ ਨਾਲ ਰੱਖ ਲਾ। ਕਹਿਣ ਲੱਗਾ ਹਾਂਜੀ ਮਹਾਰਾਜ। ਕਹਿੰਦੇ ਆ ਪਿੱਛੇ ਤੇਰਾ ਭਰਾ ਬੈਠਾ, ਇਹਨੂੰ ਦੇਖ ਲਾ, ਮਿਲ ਲਾ, ਗੱਲਾਂ ਕਰ ਲਾ। ਕਹਿੰਦਾ ਮੇਰਾ ਭਰਾ ਪਿੱਛੇ ਬੈਠਾ, ਇੱਕ ਮੇਰੀ ਮਾਤਾ ਬੈਠੀ, ਇੱਕ ਸਾਡਾ ਬਾਪ ਬੈਠਾ ਅਤੇ ਇੱਕ ਸਾਡੀ ਭੂਆ ਛੋਟੇ ਹੁੰਦਿਆਂ ਦੀ ਚੜ੍ਹਾਈ ਕਰ ਗਈ ਸੀ, ਕਹਿੰਦਾ ਉਹ ਵੀ ਪਿੱਛੇ ਬੈਠੀ।
मैनू कहन लगे इन्हों मिल ला जिन्नियां मर्जी गल्लां कर ला, जद तैनूं जरूरत होवे इन्हां नाल आके गल कर लिया कर। इत्थे जिन्हों कहंदे ब्रह्म स्वरूप परमेश्वर, इन्हों कहंदे फल सज्जण प्रगटे आए, जिन्हां दे परमेश्वर प्रगट हो गया, अंदर प्रकाश हो गया, उन्हां पुरुषां दी निशानी है। वो जिन्हों मर्जी मिला देण, जिन्हों मर्जी परे कर देण, उन्हां दे हत्थ विच सारी पावर सी। राजा बना देना, भिखारी बना देना, उन्हां दे हत्थ विच गल्लां सन। बाबा ज्ञान सिंह जिथे सारा जीवन राजपुर बाइयां वालियां ने सारा जीवन उन्हां दे चरनां विच सेवा कीती है। तो उन्होंने वचन किया, महाराज मैनू इत्थे मेरे पिंड विच डाकिए दी उन्हां दी नौकरी सी, मैनू पिंड विच मेरी नौकरी रह जावे, मेरी बदली ना होवे। जे मेरी बदली हो गई मेरे तो सेवा होनी नहीं है। कहण लगे जिहड़ा तैनू बदलूगा आपे बदल हो जाऊगा। सारी जिंदगी एको जगह सेवा की, एको जगह नौकरी की, तो नौकरी करके सारी जगह वो जिहड़ा उन्होंने बदल लगता सी अफसर वो आप ही बदल जाता सी, उन्होंने कोई बदल नहीं सकिया। वो अपने मूँहों वचन सुणाते सी, कहते मैं बकरी का दुध लिया के मिठा पा के इत्थे बाहर बह गया। महाराज अंदर छन विच सी, कच्चा ही थड़ा सी, एक कच्चा ही टिब्बा सी। कहते मैं भी बाहर बह गया, मैं अंदर मत्था नहीं टेकन गया। ना कहता महाराज ने मैनू देखिया, ना मैं उन्होंने देखिया। अंदरों सिंह नूं कहण लगे मेरी सेहत नहीं चंगी गुरमुखा, जब पुछ तक बकरी का दुध नहीं मिल जूगा। कहते मैं खड़ा हो गया, कहते महाराज मैं लैके आया जी। कहते लै आ। हरेक दे हिरदे दी जानन वाले, जिन्हां दे अंदर सज्जण प्रगट हो गया, जिन्हां दा कोई संसार विच परमेश्वर नालों भेद नहीं सी। हर का सेवक हर ही जिहा, भेद ना जाणो मानस देहा। ਜਿਹੜੇ ਇੱਥੇ ਸੇਵਕ ਜ਼ਿੰਦਗੀਆਂ ਲਾ ਗਏ ਉਹਨਾਂ ਨੂੰ ਦਿਖਾਲ ਦਿੱਤਾ ਮੈਂ ਕੌਣ ਹਾਂ। ਸੰਤ ਬਾਬਾ ਬਹਾਲ ਸਿੰਘ ਜੀ ਵਚਨ ਸੁਣਾਉਂਦੇ ਸਨ। ਕਹਿੰਦੇ ਸਾਰੇ ਸੇਵਾਦਾਰ ਰਾਤ ਨੂੰ ਘੁੱਟਦੇ ਸਨ, ਲੱਤਾਂ ਉਹਨਾਂ ਦੀਆਂ ਕੋਈ ਬਾਹਾਂ ਘੁੱਟਦਾ ਸੀ, ਲੰਮੇ ਪਏ ਸੀ। ਮੈਂ ਵੀ ਕਹਿੰਦੇ ਭੀੜ ਵਿੱਚ ਦੀ ਜਾ ਕੇ ਉਹਨਾਂ ਦੀ ਲੱਤ ਨੂੰ ਹੱਥ ਲਾਤਾ। ਕਹਿੰਦੇ ਲੱਤ ਨੂੰ ਹੱਥ ਲਾ ਦਿੱਤਾ, ਮੇਰਾ ਹੱਥ ਲੱਗਣ ਦੀ ਦੇਰ ਸੀ, ਉਹਨਾਂ ਨੂੰ ਪਤਾ ਲੱਗ ਗਿਆ। ਕਹਿੰਦੇ ਮੇਰੀ ਅੱਖ ਵੀ ਰਲੀ ਨਹੀਂ ਉਹਨਾਂ ਨਾਲ, ਨਾ ਉਹਨਾਂ ਨੇ ਮੈਨੂੰ ਦੇਖਿਆ, ਨਾ ਮੈਂ ਉਹਨਾਂ ਦਾ ਚਿਹਰਾ ਦੇਖਿਆ। ਸੇਵਕਾਂ ਦੇ ਵਿੱਚ ਦੀ ਬਾਂਹ ਫਸਾ ਕੇ ਕਹਿੰਦੇ ਮੈਂ ਲੱਤ ਨੂੰ ਲਾਤੀ। ਕਹਿੰਦੇ ਮੇਰਾ ਹੱਥ ਲੱਗਣ ਦੀ ਦੇਰ, ਕਹਿੰਦੇ ਬਹਾਲ ਸਿੰਘ ਤੂੰ ਤਾਂ ਕਾਕਾ ਚੱਲ, ਤੈਂ ਸਵੇਰੇ ਸਾਜਰੇ ਸੇਵਾ ਕਰਨੀ ਆ। ਇਹ ਜੀਵ ਦੇ ਮਨ ਦੀ ਅਵਸਥਾ। ਕਹਿੰਦੇ ਮੈਨੂੰ ਗੁੱਸਾ ਬੜਾ ਚੜ੍ਹਿਆ ਵੀ ਜੇ ਮੇਰਾ ਹੱਥ ਲੱਗ ਗਿਆ, ਜੇ ਬਾਕੀ ਘੁੱਟਦੇ ਸੀ ਮੈਂ ਵੀ ਹੱਥ ਲਾ ਲਿਆ ਤਾਂ ਕੀ ਗੁਨਾਹ ਹੋ ਗਿਆ। ਕਹਿੰਦੇ ਮੈਂ ਫਿਰ ਮਨ ਵਿੱਚ ਧਾਰ ਲਿਆ ਮੈਂ ਹੁਣ ਆਇਆ ਹੀ ਨਹੀਂ ਕਰਨਾ, ਦਰਸ਼ਨਾਂ ਨੂੰ ਆਇਆ ਹੀ ਨਹੀਂ ਕਰਨਾ। ਕਹਿੰਦੇ ਸਵੇਰਾ ਹੀ ਸੀ, ਹਲੇ ਦਿਨ ਚੜ੍ਹਦਾ ਹੀ ਸੀ। 5 ਵਜੇ 4:30 ਵਜੇ ਲੰਗਰ ਨੂੰ ਚਲੇ ਗਏ। ਕਹਿੰਦੇ ਮੈਂ ਕੁਰਸੀ ਲੈਣ ਨੱਠਿਆ। ਕਹਿੰਦੇ ਬਹਾਲ ਸਿੰਘ ਰਹਿਣ ਦੇ ਕੁਰਸੀ, ਮੈਂ ਬਹਿਣਾ ਤਾਂ ਹੈ ਨਹੀਂ। ਮੈਂ ਕਿਹਾ ਬਹਾਲ ਸਿੰਘ ਨੇ ਤਾਂ ਆਇਆ ਨਹੀਂ ਕਰਨਾ, ਮੈਂ ਆਪੇ ਮਿਲਿਆ ਉਹਨਾਂ। ਅਤੇ ਜਾ ਕੇ ਇਹਨੂੰ ਕਹਿੰਦੇ ਭੇਦ ਨਾ ਜਾਣੋ ਮਾਨਸ ਦੇਹਾ, ਜਿਨ੍ਹਾਂ ਦੇ ਅੰਦਰ ਸੱਜਣ ਪ੍ਰਗਟ ਹੋ ਗਿਆ। ਸੰਸਾਰ ਵਿੱਚ ਜਿੱਥੇ ਵੀ ਕੋਈ ਬੈਠਾ ਉਹਦੀ ਜਾ ਕੇ ਮਦਦ ਕਰਨੀ, ਜਿੱਥੇ ਬੈਠਾ ਉਹਦੇ ਹਿਰਦੇ ਦੀ ਜਾਣਨੀ। ਐਵੇਂ ਨਹੀਂ ਇਸ ਸਥਾਨ 'ਤੇ ਪਵਿੱਤਰ ਸਥਾਨ 'ਤੇ ਉਹਨਾਂ ਦੇ ਪਤਾ ਨਹੀਂ ਕਿੰਨੇ ਕੁ ਸਾਧੂ ਮਹਾਤਮਾ ਇੱਥੇ ਆਏ। ਸੰਤ ਬਾਬਾ ਸਾਹਿਬ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ ਜਿਨ੍ਹਾਂ ਦੇ ਮੈਂ ਵੀ ਦਰਸ਼ਨ ਕੀਤੇ ਆ, ਉਹ ਲੰਗਰ ਵਿੱਚ ਰਹਿੰਦੇ ਹੁੰਦੇ ਸਨ। ਇੱਕ ਵਾਰੀ ਮੈਂ ਦਰਸ਼ਨ ਉਹਨਾਂ ਦੇ ਕੀਤੇ, ਬੜੀ ਮਹਾਨ ਆਤਮਾ ਸੀ। ਉਹਨਾਂ ਨੂੰ ਵਚਨ ਕੀਤਾ ਸੀ ਉਹਨਾਂ ਨੇ, ਬਾਬਾ ਜੀ ਤੁਸੀਂ ਸਾਡੇ ਦਰਸ਼ਨਾਂ ਨੂੰ ਨਾ ਆਇਆ ਕਰੋ, ਮੈਂ ਤੁਹਾਡੇ ਦਰਸ਼ਨਾਂ ਨੂੰ ਆਇਆ ਕਰੂੰਗਾ। ਆਪ ਲੰਗਰ ਵਿੱਚ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ। ਉਹਨਾਂ ਨੂੰ ਕਿਹਾ ਸੀ ਤੁਸੀਂ ਸਾਡੇ ਦਰਸ਼ਨਾਂ ਨੂੰ ਨਾ ਆਇਓ, ਅਤੇ ਜੇ ਤੁਸੀਂ ਕਿਸੇ ਦੇ ਘਰ ਜਾਣਾ ਹੋਵੇ, ਤੁਹਾਨੂੰ ਕਿਸੇ ਨੇ ਲਿਜਾਣਾ ਹੋਵੇ ਤਾਂ ਸੋਨੇ ਦੀ ਪਾਲਕੀ ਬਣਾ ਕੇ ਲਿਆਵੇ, ਵਿੱਚ ਬਹਾਲ ਕੇ ਤੁਹਾਨੂੰ ਲਿਜਾਵੇ ਤਾਂ ਜਾਣਾ, ਨਹੀਂ ਤਾਂ ਜਾਣਾ ਨਹੀਂ। ਉਹ ਸਾਰਾ ਜੀਵਨ ਇਸੇ ਸਥਾਨ 'ਤੇ ਗੁਜ਼ਾਰ ਗਏ। ਇੱਕ ਠਾਕਰ ਜੀ ਹੋਏ ਆ ਢੰਡੋਵਾਲ ਪਿੰਡ ਸੁਲਤਾਨਪੁਰ ਦੇ ਇਲਾਕੇ ਵਿੱਚ। ਉਹਨਾਂ ਨੇ ਪ੍ਰਣ ਕਰ ਲਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਜਿੰਨਾ ਚਿਰ ਦਰਸ਼ਨ ਨਾ ਹੋਣ ਮੈਂ ਪ੍ਰਸ਼ਾਦਾ ਨਹੀਂ ਛਕਣਾ। 3 ਮਹੀਨੇ ਲੰਘ ਗਏ, ਪ੍ਰਸ਼ਾਦਾ ਨਹੀਂ ਛਕਿਆ, ਐਸੇ ਤਰ੍ਹਾਂ ਵਿਚਰਦੇ ਰਹੇ। ਇੱਕ ਵਾਰ ਸੰਤ ਮਹਾਰਾਜ ਨੂੰ ਮਿਲੇ ਉਹ ਠਾਕਰ ਜੀ, ਉਹਨਾਂ ਨੂੰ ਸੱਦਦੇ ਸੀ। ਮੇਲਾ ਹੋਇਆ, ਠਾਕਰ ਜੀ ਨੇ ਮੱਥਾ ਟੇਕਿਆ, ਕਹਿਣ ਲੱਗੇ ਕੀ ਗੱਲ ਪ੍ਰਸ਼ਾਦਾ ਨਹੀਂ ਛਕਦਾ। ਕਹਿੰਦੇ ਮਹਾਰਾਜ ਮੈਂ ਪ੍ਰਣ ਕੀਤਾ 10ਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਤੋਂ ਬਿਨਾਂ ਮੈਂ ਪ੍ਰਸ਼ਾਦਾ ਛਕਣਾ ਨਹੀਂ ਹੈ, ਪ੍ਰਣ ਕਰ ਲਿਆ। ਖੜੇ ਖੜੇ ਉਹਨੂੰ ਠਾਕਰ ਜੀ ਵੀ ਖੜੇ ਸੀ, ਖੜੇ ਖੜੇ ਕਹਿੰਦੇ ਅੱਖਾਂ ਮੀਟ, ਅੱਖਾਂ ਮੀਟ। ਕਹਿੰਦੇ ਖੋਲ੍ਹ ਲਾ ਅੱਖਾਂ। ਜਦ ਅੱਖਾਂ ਖੋਲ੍ਹੀਆਂ ਸਾਹਮਣੇ 10ਵੇਂ ਪਾਤਸ਼ਾਹ ਖੜੇ, ਨੱਠ ਕੇ ਠਾਕਰ ਜੀ ਪੈਰਾਂ 'ਤੇ ਡਿੱਗ ਪਏ। 12 ਸਾਲ ਇੱਥੇ ਲੱਕੜਾਂ ਦੀ ਸੇਵਾ ਕੀਤੀ ਉਹਨਾਂ ਨੇ, ਲੰਗਰ ਦੀ।
जिन्होंने दिखाल दिता मैं कौन हाँ, जिसनों तू जनाहे सोही जन जाने। जिन्होंने परमेश्वर जनाउंदा है वही जानते है कौन परमेश्वर है, किहदे विच प्रगट है। हर सज्जण प्रगट आए, संत सहाई राम के कर किरपा दिया मिलाए। ये संतां ने बड़ी किरपा की, जिहड़े रब दे सहायक हन, जिहड़े उहदे नेड़े रहिंदे हन। जदों भी किसी बड़े अफसर नूं मिलना होवे उहदे आले दुआले दियां नूं कहना पैंदा मेरी भी दरखास्त अगे कर दे। जदों उन्हां नाल भी बचन करदे हुंदे सन तां सेवकां राहीं कीता जांदा सी। महाराज फलाने सिंह ने बचन करना, कहंदे हुंदे सी कर लवे। किसी दी हिम्मत नहीं सी पैंदी सामने खड़ के बचन करने दी, किसी बंदे नूं विच पा के ही बचन कीता जांदा सी। थोड़े सिंह सन जिहड़े सामने खड़े होकर बचन करते हुंदे सन। एक संत बाबा जनक सिंह जी ये सामने खड़े होकर बचन कर लेंदे सन। संत बाबा नंद सिंह जी जिहड़े रामगढ़ वाले सन, बाबा मगर सिंह जी के सेवादार, जां एक वो सामने खड़े होकर बचन कर लेंदे हुंदे सन। थोड़े सेवादार सन जिहड़े मोड़े होकर बचन करते सी। उन्हां नूं फिर सेवक जाके कहंदे सी साडा एक बचन है करा दिओ, फिर कह दिंदे सी कर लवे। फिर वह बचन करके फिर उसका जवाब दे देंदे हुंदे सी। सहंत सहाई राम के जिहड़े रब दे नेड़े रहण वाले बंदे आ, रब दे कोल ही रहिंदे आ। ब्रह्म ज्ञानी के बसे प्रभ संग, ब्रह्म ज्ञानी दे नेड़े ही परमेश्वर बसदा, उहदे दूर नहीं जांदा, कोल ही है। तां कहंदे संत सहाई राम के संतां ने किरपा कीती, उन्हां दी खुशी हो गई। संतां ने खुश हो के किरपा कीती। संत सहाई राम के कर किरपा दिया मिलाए। जिहड़ा दिसदा नहीं सी रब, जिहड़ा वो ठाकर जी नूं गुरु गोबिंद सिंह दिसदे ना सी, सामने खड़े होकर दर्शन दे दिते, रब कोले खड़ा हो गया तो किरपा दिया दिखाए, कर किरपा दिया मिलाए। बाबा जग्गा सिंह जी सारा जीवन इत्थे सेवा कीती है श्री मान जी दी, ते सारा जीवन अपने घर दीआं इट्टां ते बाले लिया के भी इत्थे ला दिते। एक बारी उन्होंने भी इस तरह बचन कीता सी, कहण लगे महाराज हजूर साहब नूं जाना जी। कहंदे काका की करना हजूर साहब? कहंदे महाराज मैं 10वें पातशाह दर्शन करन जाना। कहंदे बह जा। मंजे ते बैठे सी। कहंदे अखां मीट। बाबा जग्गा सिंह ने अखां मीटियां ते कहण लगे अखां खोल। जा अखां खोलियां। कहंदे जा इट्टां शहर दर्शन करिया। इट्टां शहर देखिया पुत। 10वें पातशाह गुरु गोबिंद सिंह साहब का रूप बन के बाबा जग्गा सिंह नूं दर्शन दिते। सारी जिंदगी बाबा जग्गा सिंह सवासां तक इत्थे ला गए, जिन्होंने गुरु गोबिंद सिंह साहब महाराज ने कहा सी खालसा मेरो रूप है खास, खालसे में हो करो निवास। ये सन असल खालसे जिहड़े गुरु गोबिंद सिंह साहब जी महाराज तो तास मैं मोह मैं रंचक नाही भेद, जिन्हां दा गुरु गोबिंद सिंह साहब कहंदे इन्हां दा मेरा कोई भेद नहीं है, मेरे खास रूप ने ये। तां सतगुरु जी कहंदे ऐसे महापुरख दा मिलाप संत सहाई राम के कर किरपा दिया मिलाए। सेज सुहावी सर्व सुख, जद हिरदे की सेजा ते सारियां सुखां दा दाता ही आके बैठ गया। हुण दुखा नाही जाए, कोई संसार दा दुख, कोई जन्म मरण दा दुख कोई नेड़े नहीं आंदा। सेज सुहावी सर्व सुख, हुण दुखा नाही जाए। इछ पुन्नी बड़ भागणी बर पाया हर राए। इच्छा पूरियां करन वाली बड़ियां भागां वाली इस्त्री नूं इछ पुन्नी इच्छा पूरियां कर दित्तियां, बड़ भागणी बर पाया हर राए। उस फरी परमेश्वर नूं प्राप्त कर लिया। ऐसे पति की प्राप्ति हो गई जिहड़ा फिर कदी फिर विछड़दा नहीं है। जिहड़ा एक बार पानी जाके समुद्र च पै गया, जे कहो मुड़ के निकल आऊ किद्दां निकल आऊगा, विच ही वड़ गया। वो तां पानी च पानी रल गया, ਉਹਦਾ ਮੁੜ ਕੇ ਨਾਂ ਵੀ ਰਹਿੰਦਾ ਨਹੀਂ। ਫਿਰ ਜੋਤੀ ਜੋਤ ਜਰੜੀ ਸੰਪੂਰਨ ਥੀਆ ਰਾਮ, ਉਹਦਾ ਕੋਈ ਭੇਦ ਨਹੀਂ ਰਹਿੰਦਾ। ਜਿਹੜੇ ਪਰਮੇਸ਼ਰ ਨਾਲ ਇਸ ਪੁੰਨੀ ਵੱਡ ਭਾਗਣੀ ਬਰ ਪਾਇਆ ਹਰ ਰਾਏ। ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਉਹਦੇ ਜਿਹੜੇ ਨਾਲ ਦੇ ਸੀ ਉਹਨਾਂ ਨੇ ਮੰਗਲ ਗਾਏ। ਜਿਸ ਤਰ੍ਹਾਂ ਇੱਕ ਲੜਕੀ ਦੀ ਸ਼ਾਦੀ ਆ, ਚੰਗਾ ਪਤੀ ਆ, ਉਹਦੇ ਨਾਲ ਦੀਆਂ ਗਾਉਂਦੀਆਂ ਖੁਸ਼ੀ ਮਨਾਉਂਦੀਆਂ, ਇਸ ਤਰ੍ਹਾਂ ਉਹਨਾਂ ਦੇ ਨਾਲ ਦੇ ਜਿਹੜੇ ਸਹਾਇਕ ਸਨ, ਜਿਹੜੇ ਉਹਨਾਂ ਦੇ ਨਾਲ ਘੁੰਮਦੇ ਸਨ, ਜਦੋਂ ਪਤੀ ਦੀ ਪ੍ਰਾਪਤੀ ਹੋਈ ਸਾਰਿਆਂ ਨੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ। ਪਤਾ ਨਹੀਂ ਕਿੰਨੇ ਕੁ ਉਹਨਾਂ ਦੇ ਚਰਨਾਂ ਤੋਂ ਬਰੋਸਾਏ, ਗਿਣਤੀ ਨਹੀਂ ਕੀਤੀ ਜਾ ਸਕਦੀ। ਸੰਤ ਬਾਬਾ ਕਲਿਆਣ ਦਾਸ ਜੀ ਕਹਿੰਦੇ ਹੁੰਦੇ ਸਨ, ਜਿਹਨੂੰ ਇੱਕ ਵਾਰ ਦ੍ਰਿਸ਼ਟੀ ਭਰ ਕੇ ਵੀ ਦੇਖ ਲਿਆ ਨਾ, ਕਹਿੰਦੇ ਉਹਨਾਂ ਦੀ ਵੀ ਪੂਜਾ ਚੰਗੇ ਸੰਤਾਂ 'ਚ ਹੁੰਦੀ ਆ। ਜਿਨ੍ਹਾਂ ਨੂੰ ਦ੍ਰਿਸ਼ਟੀ ਭਰ ਕੇ ਵੀ ਦੇਖ ਲਿਆ, ਇੱਦਾਂ ਦੀ ਉਹਨਾਂ ਦੀ ਦ੍ਰਿਸ਼ਟੀ ਸੀ। ਤੇ ਇਛ ਪੁੰਨੀ ਬੜ ਭਾਗਣੀ ਬਰ ਪਾਇਆ ਹਰ ਰਾਏ। ਮਿਲ ਸਹੀਆ ਮੰਗਲ ਗਾਵਹੀ
ਗੀਤ ਗੋਬਿੰਦ ਅਲਾਏ, ਉਸ ਗੀਤ ਪਰਮੇਸ਼ਰ ਦੇ ਗੀਤਾਂ ਨੂੰ ਗਾਇਆ, ਉਹਦੇ ਗੁਣਾਂ ਨੂੰ ਗਾਇਆ। ਉਹਦੇ ਗੁਣਾਂ ਨੂੰ ਗਾਉਣ ਵਾਸਤੇ ਜਦੋਂ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਆ, ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਹੈ। ਇਸ ਪੁੰਨੀ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ, ਇਸ ਪੁੰਨੀ ਵੱਡ ਭਾਗਣੀ ਬਰ ਪਾਇਆ ਹਰ ਰਾਏ। ਮਿਲ ਸਹੀਆ ਮੰਗਲ ਗਾਵੀ ਗੀਤ ਗੋਬਿੰਦ ਅਲਾਏ, ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੇ ਨਾ ਲਾਏ। ਹਰੀ ਪਰਮੇਸ਼ਰ ਵਰਗਾ ਦੁਨੀਆ ਦੇ ਵਿੱਚ ਕੋਈ ਨਹੀਂ। ਵੱਡੇ ਵੱਡੇ ਦੁਨੀਆ ਵਿੱਚ ਰਾਜੇ ਹੋਏ ਆ, ਜਿਨ੍ਹਾਂ ਨੇ ਕਿਹਾ ਹਰੀ ਪਰਮੇਸ਼ਰ ਕੋਈ ਨਹੀਂ ਹੈ, ਮੇਰੇ ਤੋਂ ਬਿਨਾਂ ਦੂਸਰਾ ਕੋਈ ਨਹੀਂ ਹੈ। ਉਹਨਾਂ ਨੂੰ ਵੀ ਸਾਧ ਸੰਗਤੋਂ ਵੀ ਸੰਸਾਰ ਦੇ ਵਿੱਚ ਉਹਨਾਂ ਨੂੰ ਵੀ ਜਾਣਾ ਪਿਆ। ਸੰਸਾਰ ਵਿੱਚੋਂ ਇੱਕੋ ਇੱਕ ਨਿਰੰਕਾਰ ਪਰਮੇਸ਼ਰ ਸਾਰੀ ਸ੍ਰਿਸ਼ਟੀ ਵਿੱਚ ਬਰਕਰਾਰ ਰਿਹਾ। ਮਹਾਂਪੁਰਸ਼ਾਂ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਕਿ ਮਹਾਰਾਜ ਪਰਮੇਸ਼ਰ ਤੋਂ ਪਹਿਲਾਂ ਵੀ ਕੋਈ ਸੀ? ਉਹ ਕਹਿੰਦੇ ਭਾਈ ਪਹਿਲਾਂ ਤਾਂ ਪਰਮੇਸ਼ਰ ਤੋਂ ਕੋਈ ਨਹੀਂ ਸੀ। ਕਹਿੰਦੇ ਜੀ ਪਹਿਲਾਂ ਕੋਈ ਹੋਵੇਗਾ? ਕਹਿੰਦੇ ਨਹੀਂ। ਕਹਿੰਦੇ ਗਿਣਤੀ ਜਾਣਦਾ? ਕਹਿੰਦੇ ਜਾਣਦਾ ਜੀ। ਕਹਿੰਦੇ ਲਿਖ। ਕਹਿੰਦਾ 1 ਜਾਂ 1 2। ਕਹਿੰਦੇ 1 ਤੋਂ ਪਹਿਲਾਂ ਦੱਸ। ਕਹਿੰਦੇ ਜੀ 1 ਤੋਂ ਪਹਿਲਾਂ ਤਾਂ ਕੁਛ ਨਹੀਂ ਹੈ। ਕਹਿੰਦੇ ਬਸ ਪਰਮੇਸ਼ਰ ਤੋਂ ਪਹਿਲਾਂ ਕੁਛ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ 1 ਤੋਂ ਹੀ ਸ਼ੁਰੂ ਕੀਤਾ। ਇੱਕ ਓੰਕਾਰ, ਇੱਕ ਪਰਮੇਸ਼ਰ ਦਾ ਪਸਾਰਾ ਹੀ, ਇੱਕ ਓੰਕਾਰ ਦਾ ਹੀ ਸਾਰਾ ਪਸਾਰਾ ਹੈ। ਜਿੰਨੇ ਵੀ ਗ੍ਰੰਥ ਸਨ, ਸਿਮਰਤ ਵੇਦ ਪੁਰਾਣ ਜਿੰਨੇ ਵੀ ਸਨ, ਜਿੰਨੇ ਪੁਰਾਣੇ ਸ਼ੁੱਧ ਅੱਖਰਾਂ ਵਾਲੇ ਗ੍ਰੰਥ ਸਨ, ਸਿਮਰਤ ਵੇਦ ਪੁਰਾਣ ਸਿਮਰਤ ਜਿੰਨੇ ਵੀ ਸੁਦਾਖਰ ਸ਼ੁੱਧ ਅੱਖਰਾਂ ਵਾਲੇ ਅੱਖਰ ਸਨ, ਕੀਨੇ ਰਾਮ ਨਾਮ ਇੱਕ ਅੱਖਰ, ਇੱਕ ਪਰਮੇਸ਼ਰ ਦੇ ਇੱਕ ਨਾਮ ਤੋਂ ਹੀ ਇਹ ਸਾਰੇ ਲਿਖੇ ਗਏ ਆ। ਇਹ ਸਾਰਾ ਗਿਆਨ ਸਾਰਿਆਂ ਸਮੁੰਦਰਾਂ ਦੀ ਸਿਆਹੀ ਬਣਾ ਲਈਏ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ, ਸਾਰੀ ਧਰਤੀ ਦਾ ਕਾਗਜ਼ ਬਣਾ ਲਈਏ। ਬਸ ਉਹਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ, ਸਾਤ ਸਮੁੰਦੇ ਮਸ ਕਰੋ ਕਲਮ ਕਰੋ ਬਨ ਰਾਏ। ਬਸ ਉਹਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ, ਹਰੀ ਦਾ ਜਸ ਲਿਖਿਆ ਨਹੀਂ ਜਾ ਸਕਦਾ। ਸਹੰਸ ਫਨੀ ਸੇਖ ਅੰਤ ਨਾ ਜਾਣੇ, ਹਰ ਜਪਦਿਆਂ ਅੰਤ ਨਾ ਪਾਵੇ ਗੋ। ਸੇਸ ਨਾਗ ਹਜ਼ਾਰ ਮੂੰਹ ਵਾਲਾ, ਹਰੀ ਪਰਮੇਸ਼ਰ ਦਾ ਅੰਤ ਨਹੀਂ ਜਾਣ ਸਕਿਆ। ਮਿਲ ਸਹੀਆ ਮੰਗਲ ਗਾਵੀ ਗੀਤ ਗੋਬਿੰਦ ਅਲਾਏ, ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੇ ਨਾ ਲਾਏ। ਹਾਲਤ ਪਲਤ ਸਵਾਰਿਆਂ ਨੂੰ ਨਹਿ ਚਲ ਦਿੱਤੀਆਂ ਨ ਜਾਏ। ਹਾਲਤ ਉਹਦਾ ਤਾਂ ਹਾਲਤ ਵੀ ਸਵਾਰਿਆ ਹੀ ਹੋਇਆ ਹੈ। ਉਹਨਾਂ ਨੂੰ ਸੰਸਾਰ ਦੇ ਲੋਕ ਵਡਿਆਈਆਂ ਦਿੰਦੇ, ਇੱਥੇ ਮਿਲਣ ਵਡਿਆਈਆਂ ਦਰਗਹਿ ਮੁਖ ਦਵਾਰ। ਉਹਨਾਂ ਦੀ ਇੱਥੇ ਜੈ ਜੈਕਾਰ ਹੁੰਦੀ ਹੈ। ਹਰ ਮਨ ਤਨ ਬਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਅਵਤਾਰਾ। ਇੱਥੇ ਸੰਸਾਰ ਵਿੱਚ ਉਹਨਾਂ ਦੀ ਸੋਭਾ ਹੋ ਰਹੀ ਹੈ, ਅਤੇ ਪਲਤ ਵਿੱਚ ਅੱਗੇ ਪਰਲੋਕ ਵਿੱਚ ਵੀ ਉਹਨਾਂ ਦੀ ਸੋਭਾ ਹੈ। ਹਲਤ ਪਲਤ ਸਵਾਰਿਆਂ ਨੂੰ ਨਿਹਚਲ ਦਿੱਤੀਆਂ ਨ ਜਾਏ। ਨਿਹਚਲ ਪਦਵੀ ਜਿਹੜੀ ਕਦੀ ਉਹਦੇ ਕੋਲੋਂ ਖੁੱਸ ਨਹੀਂ ਸਕਦੀ। ਜੇ ਕੋਈ ਕਹੇ ਅੱਜ ਰਾਜਾ ਹੈ, ਕੱਲ੍ਹ ਨੂੰ ਰਾਜਾ ਨਹੀਂ ਹੈ। ਜਿਹੜੇ ਇਹ ਮਹਾਂਪੁਰਖ ਰੱਬ ਦਾ ਰੂਪ ਹੋ ਗਏ, ਇਹਨਾਂ ਦੇ ਕੋਲੋਂ ਨਹੀਂ ਗੱਦੀ ਕਦੀ ਵੀ ਜਾਂਦੀ। ਇਹ ਸੰਸਾਰ ਵਿੱਚ ਸਦਾ ਵਾਸਤੇ ਪਇਓ ਅਟਲ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਧਰੂ ਤੋਂ ਅੱਜ ਤੱਕ ਕਿਸੇ ਨੇ ਪਦਵੀ ਖੋਈ ਹੈ? ਕਦ ਦਾ ਯੁੱਗ ਚੱਲਦਾ, ਸਤਯੁੱਗ ਤੋਂ ਲੈ ਕੇ ਹੁਣ ਤੱਕ ਧਰੂ ਨੂੰ ਅਟਲ ਪਦਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ, ਭਇਓ ਅਟਲ ਧਰੂ ਜਾ ਕੇ ਸਿਮਰਨ। ਪਰਮੇਸ਼ਰ ਦੇ ਸਿਮਰਨ ਨਾਲ ਧਰੂ ਨੇ ਅਟਲ ਪਦਵੀ ਪ੍ਰਾਪਤ ਕੀਤੀ ਹੈ। ਉਹਨਾਂ ਦੀ ਕੋਈ ਪਦਵੀ ਖੋਹਣ ਵਾਲਾ ਨਹੀਂ ਹੈ। ਨਿਹਚਲ ਦਿੱਤੀਆਂ ਨ ਜਾਏ, ਸੰਸਾਰ ਸਾਗਰ ਤੇ ਰੱਖਿਆਨ। ਸੰਸਾਰ ਸਾਗਰ ਹੈ, ਅੱਗ ਦਾ ਸਾਗਰ ਹੈ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਿੱਦਾਂ ਦੀ ਮਾਤਾ ਦੇ ਪੇਟ ਵਿੱਚ ਅਗਨੀ ਹੈ ਨਾ, ਜਿੱਦਾਂ ਦਾ ਦੁੱਖ ਮਾਤਾ ਦੇ ਪੇਟ ਵਿੱਚ ਬੱਚੇ ਨੂੰ ਹੈ, ਵੈਸੀ ਗਰਮੀ ਬਾਹਰ ਸੰਸਾਰ ਵਿੱਚ ਹੈ। ਇਹ ਦੋ ਹੀ ਜਿਹੜੀਆਂ ਅਗਨੀਆਂ ਇੱਕੋ ਜਿਹੀਆਂ ਹੈ। ਸੰਸਾਰ ਦੇ ਮਨੁੱਖ ਜਿਹੜੇ ਆ, ਹਰੇਕ ਮਨੁੱਖ ਨੂੰ ਪੁੱਛੋ ਦੁਖੀ ਹੈ, ਹਰੇਕ ਦੇ ਅੰਦਰ ਤਪਸ਼ ਹੈ। ਬਾਬੇ ਦੇਖਿਆ ਧਿਆਨ ਤਰਸਾ ਪ੍ਰਿਥਵੀ ਜਲਤੀ ਨਜ਼ਰ ਆਈ। ਗੁਰੂ ਨਾਨਕ ਸਾਹਿਬ ਨੇ ਧਿਆਨ ਕਰਕੇ ਦੇਖਿਆ ਸਾਰਾ ਸੰਸਾਰ ਦੁਖੀ ਹੈ। ਜਿਹਨੂੰ ਨਾ ਪੁੱਛੋ ਸੁਖੀ ਹੈ, ਜਿਹਨੂੰ ਪੁੱਛ ਲਓ ਦੁਖੀ ਹੈ। ਇਹਨੂੰ ਕਹਿੰਦੇ ਸੰਸਾਰ ਸਾਗਰ। ਸੰਸਾਰ ਸਾਗਰ 'ਤੇ ਰੱਖਿਆ ਨੂੰ ਇੱਥੇ ਇਹਨਾਂ ਨੂੰ ਪਰਮੇਸ਼ਰ ਜਿਹੜੇ ਨਿਰੰਕਾਰ ਦੇ ਨਾਲ ਜੁੜੇ ਆ, ਉਹ ਸੰਸਾਰ ਦੇ ਵਿੱਚ ਸੁਖੀ ਰਹਿੰਦੇ ਆ। ਉਹਨਾਂ ਨੂੰ ਸੰਸਾਰ ਦਾ ਕੋਈ ਵੀ ਦੁੱਖ ਨਹੀਂ ਵਿਆਪਦਾ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ।
ਬਹੁੜ ਨਾ ਜਨਮੇ ਤਾਏ, ਮੁੜ ਕੇ ਜਨਮਾਂ ਦੇ ਚੱਕਰ ਵਿੱਚ ਨਹੀਂ ਫਸਦੇ। ਮਰਜ਼ੀ ਨਾਲ ਆ ਜਾਣ, ਮਰਜ਼ੀ ਨਾਲ ਚਲੇ ਜਾਣ। ਇਹ ਨਹੀਂ ਕੋਈ ਮਰਜ਼ੀ ਪਰਮੇਸ਼ਰ ਦੇ ਭੇਜੇ ਹੋਏ, ਨਹੀਂ ਮਰਜ਼ੀ ਹੈ ਉਹਨਾਂ ਦੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਲਿਖਿਆ, ਚੇਤਨਾ ਭਇਓ ਹਮਰੋ ਆਵਨ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸਾਡਾ ਮਨ ਤਾਂ ਨਹੀਂ ਸੀ ਕਰਦਾ, ਪਰ ਪਰਮੇਸ਼ਰ ਦਾ ਹੁਕਮ ਮੰਨ ਕੇ ਅਸੀਂ ਆ ਗਏ। ਉੱਦਾਂ ਪਰਮੇਸ਼ਰ ਨੇ ਸਾਨੂੰ ਆਪ ਭੇਜਿਆ ਹੈ। ਜਿਹੜੇ ਮਹਾਤਮਾ ਲੋਕ ਉਹ ਵੀ ਪਰਉਪਕਾਰ ਵਾਸਤੇ ਸੰਸਾਰ ਵਿੱਚ ਜਿਹੜੇ ਪਰਮੇਸ਼ਰ ਦੇ ਨਾਲ ਭੇਦ ਹੁੰਦੇ ਆ, ਉਹ ਪਰਉਪਕਾਰ ਵਾਸਤੇ ਆਉਂਦੇ ਆ, ਦੁਨੀਆ ਦੇ ਲੋਕਾਂ ਨੂੰ ਸੁੱਖ ਦੇਣ ਵਾਸਤੇ। ਜਿਹੜੇ ਦਰਖਤ ਹੈ ਦੁਨੀਆ ਨੂੰ ਸੁੱਖ ਦੇਣ ਵਾਸਤੇ ਆਉਂਦੇ ਆ, ਛਾਂ ਹੁੰਦੀ ਹੈ, ਫਲ ਹੁੰਦੀ, ਲੋਕ ਹੀ ਖਾਂਦੇ ਆ। ਅਤੇ ਦਰਿਆ ਜਿਹੜੇ ਉਹਨਾਂ ਦਾ ਪਾਣੀ, ਦਰਿਆਵਾਂ ਦਾ ਲੋਕ ਹੀ ਵਰਤਦੇ ਆ, ਮੀਂਹ ਦਾ ਪਾਣੀ ਲੋਕ ਹੀ ਵਰਤਦੇ ਆ। ਮਹਾਤਮਾ ਦਾ ਜਿਹੜਾ ਸੁੱਖ ਹੈ ਕਰਦੇ ਆ, ਉਹ ਉਹਨਾਂ ਨੂੰ ਨਿਵਰਤ ਕਰਨ ਦੀ ਕੋਸ਼ਿਸ਼ ਕਰਦੇ ਆ। ਮਹਾਤਮਾ ਆਪਣੀ ਕਮਾਈ ਵਿੱਚੋਂ ਦੇ ਕੇ ਉਸ ਜੀਵ ਨੂੰ ਸ਼ਾਂਤ ਕਰ ਦਿੰਦੇ ਆ। ਸੰਸਾਰ ਸਾਗਰ ਤੇ ਰੱਖਿਆਣ, ਬਹੁੜ ਨਾ ਜਨਮੇ ਤਾਏ, ਮੁੜ ਕੇ ਜਨਮਾਂ ਦਾ ਚੱਕਰ ਨਹੀਂ ਪਵੇਗਾ ਪਿਆ। ਜਨਮ ਤੋਂ ਦੂਜੇ, ਦੂਜੇ ਤੀਜੇ ਨਹੀਂ, ਜਨਮਾਂ ਦਾ ਚੱਕਰ ਨਹੀਂ ਮਰਜ਼ੀ ਮੁਤਾਬਕ ਆਵੇਗਾ। ਸੰਸਾਰ ਸਾਗਰ ਤੇ ਰੱਖਣ, ਬਹੁੜ ਨਾ ਜਨਮੇ ਤਾਏ, ਜਿਹਬਾ ਏਕ ਅਨੇਕ ਗੁਣ, ਜੀਵ ਇੱਕ ਹੈ ਗੁਣ ਅਨੇਕਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਤੇਰੇ ਗੁਣ ਇਹ ਜੀਵ ਗਿਣ ਨਹੀਂ ਸਕਦੀ। ਜਿਹਬਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਮਹਾਰਾਜ ਤੇਰੇ ਚਰਨਾਂ ਤੇ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਲਾ ਲਓ ਤਾਂ ਮਨੁੱਖ ਤਰ ਸਕਦਾ। ਤੇਰੇ ਗੁਣਾਂ ਦੀ ਅਸੀਂ ਤਾਂ ਗਿਣਤੀ ਨਹੀਂ ਕਰ ਸਕਦੇ। ਜਿਹਬਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਫੱਗਣ ਦਾ ਮਹੀਨਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਫਲ ਗੁਣ ਨਿਤ ਸਲਾਹੀ ਹੈ, ਉਸ ਪਰਮੇਸ਼ਰ ਨੂੰ ਸਲਾਹੁਣਾ ਕਰੋ ਜਿਹਨੂੰ ਤਿਲ ਜਿੰਨੀ ਤਮਾ ਨਹੀਂ ਹੈ। ਨਾਨਕ ਬੇਪਰਵਾਹ ਹੈ, ਤਿਸ ਤਿਲ ਨਾ ਤਮਾਈ। ਉਹਨਾਂ ਨੂੰ ਤਿਲ ਜਿੰਨੀ ਤਮਾ ਨਹੀਂ ਹੈ। ਉਹ ਕੰਮ ਰਹਿ ਗਿਆ, ਉਹ ਕਰਨਾ ਨਹੀਂ। ਸੰਸਾਰ ਵਿੱਚ ਉਹ ਦੇਖ ਕੇ ਆਪਣਾ ਜਿਹੜਾ ਤਮਾਸ਼ਾ ਦੇਖਣ ਆਏ ਹੁੰਦੇ ਆ, ਉਹ ਨਹੀਂ ਕੰਮ ਕਰਦੇ ਬਹੁਤਾ। ਬਾਕੀ ਦੁਨੀਆ ਦੇ ਲੋਕ ਤਮਾਸ਼ਾ ਦਿਖਾਲਣ ਆਉਂਦੇ ਆ, ਮਹਾਤਮਾ ਲੋਕ ਤਮਾਸ਼ਾ ਦੇਖਣ ਆਉਂਦੇ ਆ। ਉਹਨਾਂ ਨੂੰ ਤਿਲ ਜਿੰਨੀ ਤਮਾ ਨਹੀਂ ਹੈ, ਬਾਕੀ ਸੰਸਾਰ ਨੂੰ ਤਮਾ ਹੈ। ਇਹੀ ਉਹਨਾਂ ਦਾ ਫਰਕ ਹੈ। ਅੱਗੇ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਬਚਨ ਕੀਤਾ, ਜਿਨ ਜਿਨ ਨਾਮ ਧਿਆਇਆ, ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸਿਮਰਨ ਕੀਤਾ ਹੈ, ਤਿਨ ਕੇ ਕਾਜ ਸਰੇ। ਉਹਨਾਂ ਦੇ ਕਾਜ ਸਭ ਸੰਪੂਰਨ ਹੋ ਜਾਣਗੇ, ਹੋ ਗਏ ਨੇ। ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ। ਹਰੀ ਪਰਮੇਸ਼ਰ ਨਿਰੰਕਾਰ ਦੀ ਆਰਾਧਨਾ ਕੀਤੀ ਦਰਗਾਹ ਵਿੱਚ ਸੱਚੇ ਖਰੇ। ਜਿੱਦਾਂ ਖਰੇ ਪੈਸਿਆਂ ਨੂੰ ਦੁਕਾਨਦਾਰ ਇੱਕ ਪਾਸੇ ਰੱਖ ਲੈਂਦਾ ਅਤੇ ਜਿਹੜੇ ਖੋਟੇ ਬਾਹਰ ਛੱਡ ਦਿੰਦਾ। ਖੋਟਿਆਂ ਨੂੰ ਬਾਹਰ ਛੱਡਦਾ, ਖੋਟੇ ਸਿੱਟੀਏ ਬਾਹਰ ਵਾਰ। ਜਿਹੜੇ ਦਰਗਹਿ ਸੱਚ ਖਰੇ, ਜਿਹੜੇ ਖਰੇ ਸਨ, ਉਹਨਾਂ ਨੂੰ ਦਰਗਾਹ ਵਿੱਚ ਜਾ ਕੇ ਜਗ੍ਹਾ ਮਿਲ ਗਈ। ਤਿਨ ਕੇ ਕਾਜ ਸਰਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ। ਸਰਬ ਸੁੱਖਾ ਨਿਧ ਚਰਨ ਹਰ। ਸਾਰਿਆਂ ਸੁੱਖਾਂ ਦਾ ਖਜ਼ਾਨਾ ਉਸ ਪਰਮੇਸ਼ਰ ਦੇ ਚਰਨ ਹਨ। ਭਉਜਲ ਬਿਖਮ ਤਰੇ। ਭਵਜਲ ਨੂੰ, ਬਿਖਮ ਰਸਤੇ ਨੂੰ ਵੀ ਮਨੁੱਖ ਤਰ ਜਾਂਦਾ ਹੈ ਜਿਹੜੇ ਮਨੁੱਖ ਨਾਮ ਜਪਦੇ ਆ। ਭਵਜਲ ਬਿਖਮ ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੀਂ ਜਰੇ। ਜਿਨ੍ਹਾਂ ਨੇ ਪ੍ਰੇਮਾ ਭਗਤੀ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਸੰਸਾਰ ਦੇ ਵਿਸ਼ੇ ਪੋਹ ਨਹੀਂ ਸਕਦੇ। ਸੰਸਾਰ ਦੇ ਵਿਖੇ ਜਿਹੜੇ ਜ਼ਹਿਰ ਰੂਪੀ ਵਿਖੇ ਹਨ, ਉਹਦੇ ਨੇੜੇ ਨਹੀਂ ਆਉਂਦੇ। ਭਵਜਲ ਬਿਖਮ ਤਰੇ ਮਾਹ ਦਿਵਸ ਮੂਰਤ ਭਲੇ। ਉਸ ਬੰਦੇ ਨੂੰ ਮਹੀਨੇ ਤੇ ਦਿਨ ਭਲੇ ਹਨ, ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਨਾਨਕ ਮੰਗੇ ਦਰਸਦਾਨ। ਮਹਾਰਾਜ ਦਰਸ਼ਨ ਦੇ ਦਿਓ ਜੀ। ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਪਇਓ ਦਰਸ਼ਨ ਦੇਖੇ। ਮਹਾਰਾਜ ਬਹੁਤ ਚਿਰ ਹੋ ਗਿਆ। ਬਾਬਾ ਰਵਿਦਾਸ ਜੀ, ਭਗਤ ਰਵਿਦਾਸ ਜੀ ਪਹਿਲਾਂ ਵੀ ਦਰਸ਼ਨ ਹੋਏ ਹੋਣਗੇ। ਫਿਰ ਕਹਿੰਦੇ ਮਹਾਰਾਜ ਚਿਰ ਪਇਓ ਦਰਸ਼ਨ ਦੇਖੇ, ਬਹੁਤ ਦੇਰ ਤੁਹਾਡੇ ਦਰਸ਼ਨਾਂ ਨੂੰ ਹੋ ਗਈ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਮਹਾਰਾਜ ਮੈਂ ਤਾਂ ਇਹ ਦਾਨ ਮੰਗਦਾ, ਨਾਨਕ ਮੰਗੇ ਦਰਸਦਾਨ। ਮੈਂ ਤੁਹਾਡੇ ਦਰਸ਼ਨਾਂ ਦਾ ਦਾਨ ਮੰਗਦਾ, ਕਿਰਪਾ ਕਰੋ ਹਰੇ। ਮਹਾਰਾਜ ਬਖਸ਼ਿਸ਼ ਕਰ ਦਿਓ ਜੀ। ਇਹ ਸਾਨੂੰ ਗਿਆਨ ਦਿੱਤਾ ਹੈ ਭਾਈ। ਜਿਨ੍ਹਾਂ ਨੇ ਮੰਗਣਾ ਹੈ, ਕੀ ਮੰਗਣਾ ਹੈ? ਦਰਸ਼ਨਾਂ ਦਾ ਦਾਨ ਮੰਗ ਲਓ। ਮਹਾਰਾਜ ਸਾਨੂੰ ਦਰਸ਼ਨ ਦੇ ਦਿਓ ਜੀ, ਕਿਤੇ ਸੁਪਨ ਦਰਸ਼ਨ ਹੋ ਜਾਣ। ਉੱਦਾਂ ਦਰਸ਼ਨ ਕਰਨ ਦੀ ਤਾਂ ਸਮਰੱਥਾ ਨਹੀਂ ਹੈ। ਉਸ ਰੱਬ ਨੂੰ, ਪਰਮੇਸ਼ਰ ਨੂੰ ਪਹਿਚਾਨਣ ਦੀ ਸਮਰੱਥਾ ਨਹੀਂ ਹੈ। ਉਹਨੂੰ ਦੇਖਣ ਦੀ ਸਮਰੱਥਾ ਨਹੀਂ ਹੈ। ਉਹ ਭਾਵੇਂ ਵਿੱਚ ਹੀ ਘੁੰਮਦਾ ਰਹੇ। ਇਸ ਕਰਕੇ ਇਹ ਦਾਨ ਗੁਰੂ ਅਰਜਨ ਦੇਵ ਮਹਾਰਾਜ ਨੇ ਮੰਗਿਆ ਹੈ। ਭਾਈ ਜਿੰਨੇ ਤੁਸੀਂ ਆਏ ਹੋ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਗਿਆਨ ਨੂੰ ਲੈ ਕੇ। ਇਹ ਆਖਰੀ ਮਹੀਨਾ ਹੈ।
अगले महीने तो मुड़ के जिहड़ा साल शुरू होना चेत के महीने तो, इत्थे साल की समाप्ति है गुरमत के अनुसार। गुरमत के अनुसार ही जिन्ने गुरपुरब आउंदे गुरमत के अनुसार ही आउंदे आ। बाकी दूजियां महीनों में जिहड़े ईसवी सन चलते हैं वो साडे गुरमत के मुताबिक नहीं है। बहुत सारे कई लोग उस दे मुताबिक अपने गुरपुरबां नूं मनाउंदे आ। नहीं जे गुरु गोबिंद सिंह साहब के सिखां जिहड़े उन्होंने मनाए सन दिन, गुरु अंगद देव महाराज ने जिहड़ा गुरु नानक साहब जी का मनाया सी, जां गुरु गोबिंद सिंह साहब जी का बाद विच गुरसिखां ने मनाया सी, उही मनाउणे चाहीदे आ। दिन पुरब बदलने नहीं चाहिए। ये कई बारी रौले रुपए पै जांदे आ, पर हुण तां चलो गुरु गोबिंद सिंह साहब जी का जन्म भी तो गुरु नानक साहब जी का जन्मदिन भी, पंचम पातशाही का शहीदी दिन भी तो संगरांदा भी, ये फैसला सिख कौम का जिहड़े श्रोमणी कमेटी नाल जिहड़े महापुरुषों का संप्रदावां का ये फैसला होया सी। बाकी जिहड़े गुरुआं दे जन्मदिन है वो गुरुआं दे उन्हां दी मर्जी मुताबिक ही मनाई जाते, हले भी रौला ही है। पर ये चार जिहड़े सन, 3 गुरपुरब, एक शहीदी दिन, 2 गुरपुरब ते 1 संगरांद, इन्हां दा फैसला सिख संप्रदावां जिहड़ियां महापुरुषां दियां जां गुरु गोबिंद सिंह साहब जी नाल संबंधित संप्रदावां सन, ये उन्हां दा समझौता हो चुकिया सी। बाकी सारियां दा धन्नवाद जी। रागी ढाडी आए है, गुरमुखो बैठ के सुन लिया करो। मैं तो बह जाना हुन्ना, बाकी भी बह जाया करो। एक दिहाड़ी औखे होके हस्पताल जाना तो खरा ही आ। गुरु की सिफत सरवण कर लिया करो। ढाडी गुरु गोबिंद सिंह महाराज की, गुरु नानक साहब की सिफत सलाह करनगे तो मैं भी इसे करके बैठता हुन्ना भी तुसी भी बह लिया करो। औखे हो के साध संगत सुन लीए। दवाई किहड़ा मिठी हुंदी है, कौड़ी हुंदी, जरा पीर दवाई आराम कर दिंदी है। इस करके बैठ लिया करो, सुन लिया करो गुरु का जस। संत जना मिल हर जस गायो, कोट जन्म के दुख गवायो। परमेश्वर का जस इकट्ठे बह के सुनना, परमेश्वर विच हाज़र हुंदा। ये गुरु नानक साहब जी का बचन सी। सिखां नूं कहा सी, वो सिख भुला गए। कहंदे भाई अपने धर्मशाला बनाओ, बैठ के परमेश्वर की सिफत सलाह करिया करो, तो मैं भी विचे बैठिया करूँगा। जिहड़ा कोई अरदास करूँगा मैं सुन लिया करूँगा। ये गुरु नानक साहब का बचन सी। हुण तुसी बैठे हो, गुरु नानक साहब विच हाज़र बैठे समझ लो। जिन्हां दे स्थान ते बैठे हो भी हाज़र बैठे समझ लो। जिहड़ा बेनती करूँगा सुन लिओ, जदों वो उठूगे असीं भी उठ खड़ांगे। सारियां रसना पवित्र करो जी। वाहिगुरू जी का खालसा, वाहिगुरू जी की फतेह।